हालेलुया हालेलुया थैंक यू जीसस। मैं पहले भी कई बार टेस्टमनी दी जोड़े साढ़े भैन भाई बच्चे जोड़े आए उन्होंने विश्वास के लिए फिर दोबारा मैं वो टेस्टमनी थोड़ी जी दे के फिर आप परमेश्वर का वचन सुनना है कि मैं ग्रेजुएशन करने तो बाद ਅਸੀਂ ਨਵੀਂ ਮਸੀਹ ਦੇ ਵਿੱਚ ਆਏ ਸੀਗੇ ਤੇ ਮਤਲਬ ਮੈਂ ਪ੍ਰਭੂ ਨੂੰ ਕਿਹਾ ਕਿ ਪ੍ਰਭੂ ਹੁਣ ਮੇਰੀ ਗ੍ਰੈਜੂਏਸ਼ਨ ਹੋ ਗਈ ਆ ਵੀ ਮੈਨੂੰ ਹੁਣ ਜੌਬ ਚਾਹੀਦੀ ਹੈ। ਹਾਲੇਲੂਇਆ। ਮੈਂ ਕਿਹਾ ਕੋਈ ਹੋਰ ਕੋਈ ਨਹੀਂ ਕਰ ਸਕਦਾ, ਤੁਸੀਂ ਸਭ ਕੁਝ ਮੇਰੇ ਲਈ ਕਰ ਸਕਦੇ ਹੋ। ਹਾਲੇਲੂਇਆ। ਤੇ ਮੈਂ ਆਪਣੇ ਕੋਠਾ ਸੀਗਾ ਉੱਪਰ ਚੁਆਰਾ ਜਿੱਦਾਂ ਜਾਂ ਆਪਣੇ ਪਿੰਡਾਂ 'ਚ ਕਹਿੰਦੇ ਨੇ ਚੁਆਰੇ ਤੇ ਜਾ ਕੇ ਮੈਂ ਗੋਡੇ ਟੇਕ ਲਿਆ। ਮੈਂ ਕਿਹਾ ਪਰਮੇਸ਼ਵਰ ਤੂੰ ਹੀ ਮੇਰੇ ਲਈ ਰਸਤੇ ਖੋਲ ਸਕਦਾ। ਹੁਣ ਮੈਂ ਪੜ੍ਹਾਈ ਮੇਰੀ ਪੂਰੀ ਹੋ ਗਈ, ਮੈਂ ਗ੍ਰੈਜੂਏਸ਼ਨ ਕਰ ਲਈ ਹੈ ਕਿ ਮੈਨੂੰ जॉब की जरूरत है। हालेलुया। तो थोड़ी देर बाद ही हफ्ते के बाद ही बैंक दी जॉब्स जड़ियां वो आई जलंधर सेंटर कोऑपरेटिव बैंक दी जॉब्स आई तो जो इंटरव्यू मैं भर दिते पेपर भर दिते जो इंटरव्यू आई तो जो मैं इंटरव्यू ते गया तो बहुत सारे लोग जिहड़े बहुत पैसा लैके जिहड़े उत्थे आए कि जॉब दे लई ते बहुत सारे लोग जिहड़े इंटरव्यू दे के आ रहे सीगे थल्ले ਤੇ ਬਹੁਤ ਹੀ ਨਿੰਬੂ ਚਾਣੇ ਜੇ ਬਹੁਤ ਹੀ ਜਾਨੀ ਕਿ ਉਹਨਾਂ ਦਾ ਦਿਲ ਇਦਾਂ ਸੀਗਾ ਵੀ ਜਿੱਦਾਂ ਰੋਣ ਵਾਂਗੂ ਕਰਦੇ ਹੁੰਦੇ ਵੀ ਸਾਡੇ ਕੋਲ ਬਹੁਤ ਹੀ ਜ਼ਿਆਦਾ ਔਖੇ ਕੁਐਸਚਨ ਪੁੱਛਦੇ ਆ ਤੇ ਜੌਬ ਦਾ ਕੁਝ ਨਹੀਂ ਬਣਨਾ ਹਨਾ ਬਣਿਆ। ਹਾਲੇਲੂਇਆ। ਤੇ ਮੈਂ ਉੱਥੇ ਬੈਠਾ ਜਿੱਦਾਂ ਆਪਾਂ ਹੁਣ ਬੈਠੇ ਆਂ ਤਾਂ ਬੈਠਾ ਮੈਂ ਦੁਆ ਕਰਨ ਲੱਗ ਪਿਆ। ਮੈਂ ਕਿਹਾ ਪ੍ਰਭੂ ਮੇਰੇ ਕੋਲ ਕੋਈ ਪੈਸਾ ਨਹੀਂ ਹੈ, ਮੇਰੇ ਕੋਲ ਕੁਝ ਵੀ ਨਹੀਂ ਹੈ, ਪਰ ਤੂੰ ਯਿਸੂ ਨਾਸਰੀ ਤੁਸੀਂ ਮੇਰੇ ਨਾਲ ਹੈ। ਹਾਲੇਲੂਇਆ। ਤੁਸੀਂ ਮੇਰੇ ਨਾਲ ਆ। ਹਾਲੇਲੂਇਆ। ਤਾਂ ਤੁਸੀਂ ਮੇਰੇ ਲਈ ਸਭ ਕੁਝ ਕਰੋਗੇ। ਹਾਲੇਲੂਇਆ। ਤੇ ਮੈਂ ਕਿਹਾ ਵੀ ਮੇਰਾ ਭਰੋਸਾ ਤੇਰੇ ਉੱਪਰ ਆ ਮੇਰੇ ਪ੍ਰਭੂ। ਤੇ ਜਦੋਂ ਮੈਂ ਗਿਆ ਮੈਨੂੰ ਇੰਟਰਵਿਊ ਲਈ ਕਾਲ ਆਈ ਤੇ ਜਦੋਂ 10 ਜਣੇ ਐਮਡੀ ਡਾਇਰੈਕਟਰ ਤੇ ਹੋਰ 10 ਜਣੇ ਲੋਕੀ ਉੱਥੇ ਬੈਠੇ ਸੀਗੇ। ਹਾਲੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਰਮੇਸ਼ਰ ਕੰਮ ਕਿੱਦਾਂ ਕਰਦਾ ਹੈ। ਜਦੋਂ ਤੁਹਾਡਾ ਵਿਸ਼ਵਾਸ ਹੁੰਦਾ ਹੈ, ਤੁਹਾਡਾ ਈਮਾਨ ਪ੍ਰਭੂ ਯਿਸੂ ਮਸੀਹ ਦੇ ਉੱਪਰ ਹੁੰਦਾ, ਕਿੱਦਾਂ ਪਰਮੇਸ਼ਰ ਤੁਹਾਡੇ ਲਈ ਕੰਮ ਕਰਦਾ ਹੈ, ਕਿੱਦਾਂ ਰਸਤੇ ਤੁਹਾਡੇ ਲਈ ਖੋਲਦਾ ਹੈ। ਹਾਲੇਲੂਇਆ। ਤੇ ਜਦੋਂ ਮੈਨੂੰ ਇੰਟਰਵਿਊ ਲਈ ਬੁਲਾਇਆ ਤੇ ਐਮਡੀ ਮੈਨੂੰ ਮਤਲਬ ਇਦਾਂ ਹੱਥ ਮਿਲਾਇਆ ਤੇ ਮੈਨੂੰ ਕਹਿੰਦੇ ਵੀ ਤੈਨੂੰ ਕੋਈ ਗੀਤ ਆਉਂਦਾ। मैं बड़ा हैरान होया। मैं कहा जलंधर सेंटर कोऑपरेटिव बैंक ਦੀਆਂ मैं कहा बैंक ਦੀ जॉब ਹੋਵੇ मैं कहा ਇਹਦੇ ਵਿੱਚ मैं कहा ਵੀ ਗੀਤ ਦਾ ਕੀ ਮਤਲਬ ਹੈ। ਹਾਲੇਲੂਇਆ। ਤੇ ਮੇਰੇ ਦਿਲ ਵਿੱਚ ਪਾਇਆ ਪ੍ਰਭੂ ਯਿਸੂ ਮਸੀਹ ਕਹਿੰਦੇ ਕਿ ਆਪੇ ਤਾਂ ਕਹਿੰਦਾ ਵੀ ਤੈਨੂੰ ਜੌਬ ਚਾਹੀਦੀ ਹੈ ਨਾ ਤੇ ਤੂੰ ਜੋ ਤੈਨੂੰ ਪੁੱਛਦੇ ਆ ਹਾਲੇਲੂਇਆ ਜੋ ਤੈਨੂੰ ਪੁੱਛਦੇ ਆ ਤੂੰ ਉਹ ਦੱਸ। ਹਾਲੇਲੂਇਆ। ਤਾਂ ਮੇਰੇ ਜੋ ਉਦੋਂ ਮੈਨੂੰ ਮਸੀਹੀ ਗੀਤ ਕੋਈ ਆਉਂਦਾ ਨਹੀਂ ਸੀਗਾ ਕਿਉਂਕਿ ਨਵੇਂ ਅਸੀਂ ਮਸੀਹ ਦੇ ਵਿੱਚ ਇੱਕ ਭਗਤ ਸਿੰਘ ਦਾ ਗੀਤ ਹੁੰਦਾ ਸੀਗਾ। ਆਪਾਂ ਜਦੋਂ ਸਕੂਲਾਂ ਦੇ ਵਿੱਚ ਗਾਉਂਦੇ ਹੁੰਦੇ ਸੀ ਬਾਲ ਸਭਾ ਦੇ ਵਿੱਚ ਉੱਥੇ ਆਪਣੇ ਕੋਲ ਸੁਣਦੇ ਹੁੰਦੇ ਕਹਿੰਦੇ ਗੋਰਿਆਂ ਮੁਕੱਦਮਾ ਕਰਿਆ ਭਗਤ ਸਿੰਘ ਸੂਰਮੇ ਨੇ। ਮੈਨੂੰ ਦੋ ਹੀ ਟੱਪੇ ਆਉਂਦੇ ਸੀਗੇ। ਹਾਲੇਲੂਇਆ। ਤੇ ਮੈਂ ਨਾ ਹੇਕ ਲਾ ਕੇ ਜਿਹੜੀ ਕਿ ਗੀਤ ਗਾਏ ਨਾ ਦੋਨੇ ਟੱਪੇ ਗਾਏ ਮੈਨੂੰ ਤਾਂ ਬੜੇ ਖੁਸ਼ ਹੋਏ ਸਾਰੇ। ਮੈਨੂੰ ਕਹਿੰਦੇ ਤੂੰ ਤਾਂ ਗਾਏ ਬਹੁਤ ਵਧੀਆ। ਮੈਂ ਕਿਹਾ ਮੈਨੂੰ ਪਤਾ ਹੁੰਦਾ ਵੀ ਤੁਸੀਂ ਗੀਤ ਸੁਣਨਾ ਮੇਰਾ ਢੋਲਕੀ ਚਮੜਾ ਤਾਂ ਮੈਂ ਕਿਹਾ ਸਾਰੇ ਘਰ ਵਿੱਚ ਪਏ ਆ। ਹਾਲੇਲੂਇਆ। ਨਹੀਂ ਤਾਂ ਮੈਂ ਉਹ ਲੈ ਕੇ ਆਉਂਦਾ। ਹਾਲੇਲੂਇਆ। ਸਾਰੇ ਹੱਸ ਪਏ, ਸਾਰੇ ਖੁਸ਼ ਹੋ ਗਏ ਹਨਾ। ਤੇ ਮੈਨੂੰ ਕਹਿੰਦੇ ਵੀ ਤੂੰ ਤਾਂ ਬਹੁਤ ਹੀ ਵਧੀਆ ਗਾਉਣਾ ਹਨਾ। ਤੇ ਬਾਅਦ ਵਿੱਚ ਐਮਡੀ ਡਾਇਰੈਕਟਰ ਜਿਹੜਾ ਸੀਗਾ ਨਾ ਤੇ ਉਹਨੇ ਮੈਨੂੰ ਇਦਾਂ ਹੱਥ ਮਿਲਾਇਆ ਦੁਆਰਾ ਮੈਨੂੰ ਕਹਿੰਦਾ ਜਾ ਉਹਨੂੰ ਇਸ਼ਾਰਾ ਮੈਨੂੰ ਕਰ ਦਿੱਤਾ। ਮੈਂ ਕਿਹਾ ਪ੍ਰਭੂ ਤੇਰੇ ਨਾਮ ਦੀ ਜੈ ਹੋਵੇ। ਮੈਂ ਕਿਹਾ ਪ੍ਰਭੂ ਯਿਸੂ ਤੂੰ ਰਸਤੇ ਖੋਲ ਦਿੱਤੇ। ਹਾਲੇਲੂਇਆ। ਤੁਸੀਂ ਬਿਲੀਵ ਕਰੋ 2 ਦਿਨਾਂ ਬਾਅਦ ਸਾਡੇ ਪਿੰਡ ਉਦੋਂ ਤਾਂ ਆਪਣੇ ਕੋਲ ਸਾਡੇ ਕੋਲ ਫੋਨ ਵੀ ਨਹੀਂ ਹੁੰਦਾ ਘਰ ਦੇ ਵਿੱਚ। ਜੱਟਾਂ ਦੇ ਕੋਲ ਫੋਨ ਹੁੰਦੇ ਸੀਗੇ ਟਾਵੇਂ ਜੱਟਾਂ ਦੇ ਕੋਲ ਫੋਨ ਹੁੰਦੇ ਸੀ ਤੇ ਮੇਰੇ ਡੈਡੀ ਨੂੰ ਉਹ ਜਾਣਦੇ ਸੀਗੇ ਜੱਟਾਂ ਦੇ ਉੱਤੇ ਤੇ ਉਹ ਜਾਣਦੇ ਸੀ। ਉਹਨਾਂ ਨੇ ਕਿਹਾ ਕਿ ਵੀ ਤੁਹਾਡੇ ਹਨਾ ਵੀ ਕੁਲਵੀਰ ਦਾ ਫੋਨ ਆਇਆ ਨਾ ਇਦਾਂ ਕਰਕੇ ਜਾਓ ਲਾਂਬੜੇ ਜਾਓ ਹਨਾ ਉਹਨੂੰ ਕਹੋ। ਤੇ ਮੈਂ ਗਿਆ ਉੱਥੇ ਸਾਈਕਲ ਸੀਗਾ ਮੇਰੇ ਕੋਲ। ਮੈਂ ਸਾਈਕਲ ਚੱਕਿਆ ਮੈਂ ਚਲੇ ਗਿਆ। ਮੈਂ ਲੈ ਜਾ ਕੇ ਗਿਆ ਮੈਨੂੰ ਉਹਨਾਂ ਦਾ ਭਈਆ कहता बाबू जी आपको ऊपर बाबू जी बुला रहे हैं ऊपर बुला रहे हैं। मैं ऊपर किधर कहता कि ऊपर बैठे हैं। मैं जब मैं गया ਜਦੋਂ ਮੈਂ ਗਿਆ ਉੱਥੇ ਤੇ ਜਾ ਕੇ ਨਾ ਉਹ ਐਮਡੀ ਜਿਹੜਾ ਆ ਉਹ ਮੇਰੇ ਜਿਹੜੇ ਬੈਂਕ ਦੇ ਜਿਹੜੇ ਆਰਡਰ ਆ ਤੇ ਨਾਲ ਇੱਕ ਮਠਾਈ ਦਾ ਡੱਬਾ ਲੈ ਕੇ ਬੀਟ ਕਰ ਰਿਹਾ ਸੀਗਾ ਮੇਰੀ। ਹਾਲੇਲੂਇਆ। ਦੇਖੋ ਨਾ ਪਰਮੇਸ਼ਵਰ ਕਿੱਦਾਂ ਕੰਮ ਕਰਦਾ ਹੈ। ਮੈਂ ਕਿਹਾ ਪ੍ਰਭੂ ਜੀ ਲੋਕੀ ਲੈ ਕੇ ਆਉਂਦੇ ਜਦੋਂ ਜੌਬ ਮਿਲਦੀ ਆ ਹਨਾ ਦੂਸਰੇ ਲੋਕ ਲੈ ਕੇ ਆਉਂਦੇ ਜਿਹਨਾਂ ਨੂੰ ਜੌਬ ਮਿਲਦੀ ਉਹ ਮਠਾਈ ਲੈ ਕੇ ਆਉਂਦੇ। ਮੈਂ ਕਿਹਾ ਪ੍ਰਭੂ ਜੀ ਨਾਲ ਮਠਾਈ ਤੇ ਨਾਲ ਹੀ ਆਰਡਰ। ਮੈਨੂੰ ਕਹਿੰਦੇ ਜਾ ਕੇ ਮਹਿਤਪੁਰ ਜਾ ਕੇ ਹਨਾ ਤੁਹਾਨੂੰ ਪਤਾ ਹੀ ਆ ਸਾਰਾ ਮਹਿਤਪੁਰ ਆਪਣਾ ਜਿਹੜਾ ਨਕੋਦਰ ਦੇ ਲੱਗ ਗਿਆ ਮਹਿਤਪੁਰ ਜਾ ਕੇ ਬੈਂਕ ਦੀ ਜੌਬ ਜੁਆਇਨ ਕਰ। ਹਾਲੇਲੂਇਆ। ਤੇ ਮੈਂ ਉੱਥੇ ਸਾਈਕਲ ਉੱਥੇ ਰਹਿਣ ਦਿੱਤਾ ਟੈਂਪੂ ਫੜਿਆ। ਮੈਂ ਪਹਿਲਾਂ ਜਾ ਕੇ ਮੈਂ ਨਕੋਦਰ ਗਿਆ ਨਕੋਦਰੋਂ ਫਿਰ ਮੈਂ ਜਾ ਕੇ ਫਿਰ ਮੈਂ ਮਹਿਤਪੁਰ ਦੀ ਬੱਸ ਲਈ ਉੱਥੋਂ ਜਾ ਕੇ ਜੁਆਇਨ ਬੈਂਕ ਦੀ ਜੌਬ ਜੁਆਇਨ ਕੀਤੀ। ਹਾਲੇਲੂਇਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਰਮੇਸ਼ਰ ਕੰਮ ਕਿੱਦਾਂ ਕਰਦਾ ਹੈ। ਹਾਲੇਲੂਇਆ। ਜਦੋਂ ਮੈਂ ਕਿਹਾ ਗੀਤ ਦਾ ਕੀ ਮਤਲਬ ਮੈਂ ਕਿਹਾ ਬੈਂਕ ਦੀ ਜੌਬ ਆ ਤਾਂ ਪ੍ਰਭੂ ਕਹਿੰਦਾ ਆਪੀ ਜੌਬ ਮੰਗਦਾ ਮੇਰੇ ਦਿਲ 'ਚ ਪਾਇਆ। ਪਰਮੇਸ਼ਰ ਕਹਿੰਦਾ ਹੁਣ ਤੂੰ ਕਰਦੇ ਜੋ ਕੁਝ ਵੀ ਤੇਰੇ ਕੋਲ ਕਹਿੰਦੇ ਜੋ ਕੁਝ ਵੀ ਕਹਿੰਦੇ ਕਹਿ ਦੇ। ਹਾਲੇਲੂਇਆ।
ਸੋ ਪਰਮੇਸ਼ਰ ਦਾ ਮੈਂ ਸ਼ੁਕਰਗੁਜ਼ਾਰ ਕਰਦਾ, ਧੰਨਵਾਦ ਕਰਦਾ। ਪਰਮੇਸ਼ਰ ਇਦਾਂ ਵੱਡੇ ਵੱਡੇ ਕੰਮ ਕਰਦਾ ਹੈ। ਹਾਲੇਲੂਇਆ। ਫਿਰ ਮੈਂ 5 ਸਾਲ ਜੌਬ ਉੱਥੇ ਕਰਕੇ ਫਿਰ ਮੈਂ ਕਿਹਾ ਪਰਮੇਸ਼ਰ ਹੁਣ ਮੈਂ ਕੈਨੇਡਾ ਦੇ ਵਿੱਚ ਵੀ ਜਾਣਾ ਚਾਹੁੰਦਾ ਹਾਂ। ਹਾਲੇਲੂਇਆ। ਤਾਂ ਪਰਮੇਸ਼ਰ ਨੇ ਮੇਰੇ ਲਈ 97 ਦੇ ਵਿੱਚ 96 ਦੇ ਵਿੱਚ ਅਸੀਂ ਇੱਥੇ ਕੈਨੇਡਾ ਦੇ ਮਤਲਬ ਇੱਥੇ ਆ ਕੇ ਪਰਮੇਸ਼ਰ ਨੇ 5 ਸਾਲ ਬਾਅਦ ਮੈਂ ਉੱਥੇ ਜੌਬ ਕਰਨ ਤੋਂ ਬਾਅਦ ਫਿਰ ਮੈਂ ਇੱਥੋਂ ਆਣ ਕੇ ਮੈਂ ਰਿਜ਼ਾਈਨ ਦਿੱਤਾ ਸੀਗਾ। ਹਾਲੇਲੂਇਆ। ਸੋ ਪਰਮੇਸ਼ਰ ਦਾ ਬਹੁਤ ਸ਼ੁਕਰਗੁਜ਼ਾਰ ਕਰਦੇ ਹਾਂ। ਪਰਮੇਸ਼ਰ ਬਹੁਤ ਵੱਡੇ ਵੱਡੇ ਕੰਮ ਕਰਦੇ ਆ ਜਦੋਂ ਅਸੀਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦੇ ਨਾਸਰੀ ਦੇ ਨਾਮ ਦੇ ਉੱਪਰ ਵਿਸ਼ਵਾਸ ਕਰਦੇ ਆ। ਤੇ ਉਹ ਕਹਿੰਦਾ ਰਾਈ ਦੇ ਦਾਣੇ ਜਿੰਨਾ ਵਿਸ਼ਵਾਸ ਕਰ ਤਾਂ ਸਭ ਕੁਝ ਤੇਰੇ ਲਈ ਹੋ ਜਾਏਗਾ। ਰਾਈ ਦੇ ਦਾਣੇ ਜਿੰਨਾ ਕਹਿੰਦਾ ਵਿਸ਼ਵਾਸ ਐਡਾ ਵੱਡਾ ਨਹੀਂ ਵਿਸ਼ਵਾਸ ਕਹਿੰਦਾ ਰਾਈ ਦੇ ਦਾਣੇ ਜਿੰਨਾ। ਹਾਲੇਲੂਇਆ। ਇਸ ਕਰਕੇ ਸਾਨੂੰ ਪਰਮੇਸ਼ਰ ਦੇ ਉੱਪਰ ਵਿਸ਼ਵਾਸ ਕਰਨਾ। ਜਿਹਦੇ ਕੋਲ ਜਿਨ੍ਹਾਂ ਬੱਚਿਆਂ ਕੋਲ ਜੌਬਸ ਨਹੀਂ ਆ, ਜਿਨ੍ਹਾਂ ਦੇ ਕੋਲ ਕਾਰੋਬਾਰ ਨਹੀਂ ਆ, ਘਬਰਾਉਣਾ ਨਹੀਂ ਆ। ਪਰਮੇਸ਼ਰ ਦੇ ਅੱਗੇ ਗੋਡੇ ਟੇਕਣੇ ਆ। ਪਰਮੇਸ਼ਰ ਨੂੰ ਕਹਿਣਾ ਕਿ ਪਰਮੇਸ਼ਰ ਤੂੰ ਜਾਣਦਾ ਮੇਰੀਆਂ ਜ਼ਰੂਰਤਾਂ ਨੂੰ। ਹਾਲੇਲੂਇਆ। ਤਾਂ ਪ੍ਰਭੂ ਕੀ ਕਹਿੰਦਾ? ਕਹਿੰਦਾ ਕੱਲ ਤੇਰੀ ਫਿਕਰ ਨਾ ਕਰ, ਕੱਲ ਤੁਹਾਡੇ ਲਈ ਆਪ ਫਿਕਰ ਕਰੇਗਾ। ਕਹਿੰਦਾ ਤੁਹਾਡੇ ਮਗਰ ਮਗਰ ਪੈ ਕੇ ਤੁਹਾਨੂੰ ਮਿਲੇਗਾ ਸਭ ਕੁਝ। ਤੁਸੀਂ ਫਿਕਰ ਕਰਕੇ ਕੁਝ ਵੀ ਨਹੀਂ ਕਰ ਸਕਦੇ, ਨਾ ਤੁਸੀਂ ਕੁਝ ਨਹੀਂ ਤੁਸੀਂ ਕਰ ਸਕਦੇ। ਕੀ ਪਹਿਨਾਂਗੇ, ਕੀ ਪੀਵਾਂਗੇ, ਕੀ ਖਾਵਾਂਗੇ? ਪਰਮੇਸ਼ਰ ਕਹਿੰਦਾ ਮੈਨੂੰ ਤੁਹਾਡਾ ਫਿਕਰ ਆ, ਪਰ ਸ਼ਰਤ ਇੱਕ ਆ ਕਿ ਸਭ ਤੋਂ ਪਹਿਲਾਂ ਆਪਣੀਆਂ ਜ਼ਿੰਦਗੀਆਂ ਜਿਹੜੀਆਂ ਆ ਉਹ ਮੈਨੂੰ ਦੇ ਦਿਓ। ਕਿੱਦਾਂ ਦੇਣੀਆਂ ਜ਼ਿੰਦਗੀਆਂ? ਪੂਰੀ ਤੌਰ ਤੇ ਪੂਰਨਤਾਈ ਦੇ ਜੀਵਨ ਬਤੀਤ ਕਰਨਾ ਸ਼ੁਰੂ ਕਰ ਦੇ ਮੇਰੇ ਨਾਲ। ਹਾਲੇਲੂਇਆ। ਫਿਰ ਤੁਸੀਂ ਕਹਿੰਦਾ ਮੈਨੂੰ ਦੇਖੋ। ਹਾਲੇਲੂਇਆ। ਨੂੰ ਆ ਕੇ ਦੇਖੋ ਕਿ ਯਹੋਵਾ ਕੈਸਾ ਭਲਾ ਹੈ ਮੇਰੇ ਚ। ਹਾਲੇਲੂਇਆ। ਇਸ ਕਰਕੇ ਸਾਨੂੰ ਕਿਸੇ ਗੱਲ ਤੋਂ ਘਬਰਾਉਣ ਦੀ ਲੋੜ ਨਹੀਂ ਆ। ਪਰਮੇਸ਼ਰ ਪ੍ਰਭੂ ਤੁਹਾਨੂੰ ਕਹਿੰਦਾ ਸ਼ੇਰ ਦੇ ਬੱਚੇ ਭੁੱਖੇ ਰਹਿ ਸਕਦੇ, ਮੇਰੇ ਮੰਨਣ ਵਾਲੇ ਲੋਕਾਂ ਨੂੰ ਕਦੀ ਕਿਸੇ ਚੀਜ਼ ਦੀ ਥੋੜ ਨਹੀਂ ਹੋਵੇਗੀ ਮੇਰੇ ਚੀਜ਼। ਹਾਲੇਲੂਇਆ। ਆਪਾਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਆਪਾਂ ਦੇਖਣਾ। ਆਪਣਾ ਵਿਸ਼ਾ ਅੱਜ ਇਹ ਹੈ ਕਿ ਠਹਿਰਾਏ ਹੋਏ ਸਮੇਂ ਤੋਂ ਪਹਿਲਾਂ ਹੀ ਆਪਾਂ ਫੈਸਲਾ ਕਰਨਾ ਸ਼ੁਰੂ ਕਰ ਦਿੰਦੇ ਹਾਂ। ਹਾਲੇਲੂਇਆ। ਠਹਿਰਾਏ ਹੋਏ ਸਮੇਂ ਤੋਂ ਪਹਿਲਾਂ ਹੀ। ਕਈ ਵਾਰੀ ਅਸੀਂ ਕੀ ਕਰਦੇ ਹਾਂ, ਕੋਈ ਇਦਾਂ ਦਾ ਮਤਲਬ ਸਾਡੇ ਪ੍ਰਭੂ ਯਿਸੂ ਮਸੀਹ ਲਈ ਕੁਝ ਕਹਿ ਦਿੰਦਾ ਜਾਂ ਕੋਈ ਇਦਾਂ ਦਾ ਵੀਡੀਓ ਪਾ ਦਿੰਦਾ ਜਾਂ ਕੋਈ ਕਰਦਾ, ਮੈਂ ਵੀ ਕਰਦਾ ਸੀਗਾ ਤੇ ਅਸੀਂ ਚੱਕ ਕੇ ਗਾਹਾਂ ਸ਼ੇਅਰ ਕਰ ਦਿੰਦੇ ਸੀਗੇ। ਹਾਲੇਲੂਇਆ। ਪਰ ਪਰਮੇਸ਼ਰ ਕਹਿੰਦਾ ਤੁਸੀਂ ਫੈਸਲਾ ਨਹੀਂ ਕਰਨਾ ਹੈ। ਕਹਿੰਦਾ ਫੈਸਲਾ ਮੇਰੇ ਹੱਥ ਦੇ ਵਿੱਚ ਆ, ਮੈਂ ਕਰਾਂਗਾ। ਪਰ ਤੁਸੀਂ ਮੇਰੇ ਆਉਣ ਤੋਂ, ਮੇਰੇ ਠਹਿਰਾਏ ਹੋਏ ਸਮੇਂ ਤੋਂ ਪਹਿਲਾਂ ਹੀ ਕਹਿੰਦਾ ਤੁਸੀਂ ਫੈਸਲਾ ਕਰ ਦਿੰਦੇ। ਹਾਲੇਲੂਇਆ। ਤੁਸੀਂ ਕੌਣ ਹੁੰਦੇ ਹੈ ਫੈਸਲਾ ਕਰਨ ਵਾਲੇ? ਹਾਲੇਲੂਇਆ। ਕਹਿੰਦਾ ਮੇਰੇ ਉੱਪਰ ਛੱਡ ਦਿਓ। ਕਹਿੰਦਾ ਫੈਸਲਾ ਕਰਨਾ ਮੇਰਾ ਕੰਮ ਹੈ। ਹਾਲੇਲੂਇਆ। ਜਿਸ ਤਰ੍ਹਾਂ ਬ੍ਰਦਰ ਨੇ ਪਿਛਲੀ ਵਾਰੀ ਵੀ ਕੀਤਾ ਸੀ, ਕਹਿੰਦਾ ਕਿਸੇ ਤੇ ਦੋਸ਼ ਨਾ ਲਾਓ ਤਾਂ ਕਿ ਤੁਹਾਡੇ ਤੇ ਦੋਸ਼ ਨਾ ਲੱਗੇ। ਹਾਲੇਲੂਇਆ। ਹਾਲੇਲੂਇਆ। ਇਹਨਾਂ ਨੇ ਦੱਸਿਆ ਸੀਗਾ ਬ੍ਰਦਰ ਹੋਣਾ ਨੇ। ਹਾਲੇਲੂਇਆ। ਆਪਾਂ ਪਰਮੇਸ਼ਰ ਦੇ ਵਚਨ ਚੋਂ ਪੜ੍ਹਦੇ ਹਾਂ। ਪਹਿਲਾ ਕਰੰਥੀਆਂ ਉਹਦਾ 4 ਬਾਬ ਦੀ 5 ਆਇਤ ਆਪਾਂ ਸਾਰੇ ਮਿਲ ਕੇ ਪੜਾਂਗੇ, ਜਿਹਨੂੰ ਵੀ ਮਿਲ ਜਾਏ ਪੰਜਾਬੀ ਦੇ ਵਿੱਚ ਪੜ੍ਹੀ। ਹਾਲੇਲੂਇਆ। ਫਸਟ ਕਰੰਥੀਆਂ ਚੈਪਟਰ 4 ਉਹਦੀ ਵਰਸ 5। हालेलुया। थैंक यू जीसस। ग्लोरी ग्लोरी ग्लोरी। हालेलुया। इसलिए कि तुम्हारा विश्वास मनुष्य के ज्ञान पर नहीं परंतु परमेश्वर की सामर्थ्य पर निर्भर हो। पूरा पढ़ना 5 बार। फिर भी सिद्ध लोगों में हम ज्ञान सुनाते हैं, परंतु इस संसार का और इस संसार के नाश होने वाले हाकिमों का ज्ञान नहीं, परंतु परमेश्वर का वो गुप्त ज्ञान भेद की रीति पर बताते हैं, जिससे परमेश्वर ने सनातन से हमारी महिमा के लिए ठहराया है। बस ਆਪਾਂ ਪਹਿਲਾ ਕ੍ਰਾਂਤੀ 4 ਬਾਬ ਦੀ 5 ਆਇਤ ਪੜ੍ਹਾਂਗੇ ਨਾ, ਪੰਜਾਬੀ ਚ ਪੜਾਂਗੇ। ਇਸ ਲਈ ਜਿੰਨਾ ਚਿਰ ਪ੍ਰਭੂ ਨਾ ਆਵੇ ਤੁਸੀਂ ਸਮੇਂ ਤੋਂ ਪਹਿਲਾਂ ਕਿਸੇ ਗੱਲ ਦਾ ਨਬੇੜਾ ਨਾ ਕਰੋ। ਉਹ ਤਾਂ ਹਨੇਰੇ ਦੀਆਂ ਗੁਪਤ ਗੱਲਾਂ ਨੂੰ ਪ੍ਰਕਾਸ਼ ਕਰੇਗਾ। ਹਾਲੇਲੂਇਆ। ਅਤੇ ਮਨ ਦੀਆਂ ਦਲੀਲਾਂ ਨੂੰ ਪ੍ਰਗਟ ਕਰੇਗਾ ਅਤੇ ਉਸ ਵੇਲੇ ਹਰ ਕਿਸੇ ਨੂੰ ਪਰਮੇਸ਼ਰ ਦੀ ਵੱਲੋਂ ਵਡਿਆਈ ਮਿਲੇਗੀ। ਹਾਲੇਲੂਇਆ। ਹਾਲੇਲੂਇਆ। ਕੀ ਲਿਖਿਆ ਪਰਮੇਸ਼ਰ ਦੇ ਵਚਨ ਚ? ਹਾਲੇਲੂਇਆ। ਇਸ ਲਈ ਕਿ ਜਿੰਨਾ ਵਿੱਚ ਪ੍ਰਭੂ ਦਾ ਨਾ ਆਵੇ। ਹਾਲੇਲੂਇਆ। ਇਸ ਲਈ ਜਿੰਨਾ ਚਿਰ ਪ੍ਰਭੂ ਨਾ ਆਵੇ ਤੁਸੀਂ ਸਮੇਂ ਤੋਂ ਪਹਿਲਾਂ ਕਿਸੇ ਗੱਲ ਦਾ ਨਿਬੇੜਾ ਨਾ ਕਰੋ। ਜਿੰਨਾ ਚਿਰ ਪ੍ਰਭੂ ਯਿਸੂ ਮਸੀਹ ਨਾ ਆਵੇ ਤੁਸੀਂ ਕਿਸੇ ਗੱਲ ਦਾ ਨਿਬੇੜਾ ਨਾ ਕਰੋ। ਹਾਲੇਲੂਇਆ। ਜਿੱਦਾਂ ਪਿੱਛੇ ਜੇ ਮਿਕਲ ਕਹਿ ਰਹੀ ਸੀ, ਜਦੋਂ ਵੀ ਕੋਈ ਐਦਾਂ ਦਾ ਵੀਡੀਓ ਪਾ ਦਿੰਦਾ ਸੀਗਾ ਸਾਡੇ ਪ੍ਰਭੂ ਯਿਸੂ ਮਸੀਹ, ਮੈਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਸੀਗਾ। ਮੈਂ ਕਹਿੰਦਾ ਮੈਂ ਕੀ ਕਰ ਦਵਾਂ ਹਨਾ। ਪਰ ਨਹੀਂ ਮੇਰੇ ਜੀਜੋ, ਮੈਂ ਵੀ ਕਰਦਾ ਰਿਹਾ। ਜਦੋਂ ਕੋਈ ਕਿਸੇ ਪ੍ਰੋਪਰ ਨੇ ਜਾਂ ਕਿਸੇ ਨੇ ਵੀ ਇਦਾਂ ਦਾ ਕੰਮ ਕਰ ਦੇਣਾ ਜਾਂ ਉੱਥੇ ਇਦਾਂ ਦਾ ਕੰਮ ਰਵੇ, ਅਸੀਂ ਫਟਾਫਟ ਵੀਡੀਓ ਪਾ ਦਿੰਦੇ ਵੀ ਇੱਥੇ ਇਦਾਂ ਦੇ ਕੰਮ ਹੁੰਦੇ ਆ। ਨਹੀਂ। ਹਾਲੇਲੂਇਆ। ਪਰ ਸਾਡਾ ਪਰਮੇਸ਼ਰ ਦਾ ਵਚਨ ਸਾਨੂੰ ਕੀ ਕਹਿੰਦਾ ਮੇਰੇ ਜੀਜੋ? ਹਾਲੇਲੂਇਆ।
ਹਾਲੇਲੂਇਆ। ਇਸ ਲਈ ਜਿੰਨਾ ਚਿਰ ਪ੍ਰਭੂ ਨਾ ਆਵੇ ਤੁਸੀਂ ਸਮੇਂ ਤੋਂ ਪਹਿਲਾਂ ਕਿਸੇ ਗੱਲ ਦਾ ਨਿਬੇੜਾ ਨਾ ਕਰੋ। ਮੇਰੇ ਜੀਜੋ, ਅਸੀਂ ਨਿਬੇੜਾ ਆਪ ਨਹੀਂ ਕਰਨਾ ਹੈ। ਕਿਹਦੇ ਉੱਪਰ ਛੱਡਣਾ ਹੈ? ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਦੇ ਉੱਪਰ ਛੱਡਣਾ ਹੈ। ਮੇਰੇ ਜੀਜੋ, ਮੈਂ ਵੀ ਕਰਦਾ ਸੀਗਾ, ਮੈਂ ਇਸ ਕੰਮ ਨੂੰ ਛੱਡ ਦਿੱਤਾ, ਨਾ ਮੈਂ ਕਿਸੇ ਦੀ ਵੀਡੀਓ ਪਾਣਾ। ਪਰ ਕੀ ਕਰਦੇ ਅਸੀਂ ਕੀ ਕਰਨਾ ਹੈ ਉਹਦੇ ਬਦਲੇ? ਅਸੀਂ ਉਹਨਾਂ ਲਈ ਦੁਆ ਕਰਨੀ ਹੈ। ਮੇਰੇ ਜੀਜੋ, ਦੁਆ ਦੇ ਵਿੱਚ ਰੱਖਣਾ ਕਿ ਪਰਮੇਸ਼ਰ ਜੇ ਉੱਥੇ ਇਹ ਕੰਮ ਹੋ ਰਿਹਾ ਉੱਥੇ ਜਾਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਬਾਰੇ ਕੋਈ ਬੋਲ ਰਿਹਾ ਹੈ ਤਾਂ ਅਸੀਂ ਉਹਨਾਂ ਲਈ ਦੁਆ ਕਰਨੀ ਹੈ। ਮੇਰੇ ਜੀਜੋ, ਹਾਲੇਲੂਇਆ, ਦੁਆ ਕਰਨੀ ਹੈ। ਮੇਰੇ ਜੀਜੋ, ਹਾਲੇਲੂਇਆ। ਤਾਂ ਪ੍ਰਭੂ ਯਿਸੂ ਮਸੀਹ ਕਹਿੰਦਾ ਬਦਲਾ ਲੈਣਾ ਮੇਰਾ ਕੰਮ ਹੈ। ਮੇਰੇ ਜੀਜੋ, ਹਾਲੇਲੂਇਆ। ਜੇ ਅਸੀਂ ਆਪ ਹੀ ਬਦਲਾ ਲੈਣਾ ਸ਼ੁਰੂ ਕਰ ਦਿੰਨੇ ਆ ਤਾਂ ਮੇਰੇ ਜੀਜੋ ਪਰਮੇਸ਼ਰ ਵੀ ਸਾਡੇ ਲਈ ਕੁਝ ਵੀ ਨਹੀਂ ਕਰਦਾ। ਹਾਲੇਲੂਇਆ, ਹਾਲੇਲੂਇਆ। ਸਮੇਂ ਤੋਂ ਪਹਿਲਾਂ ਮੇਰੇ ਜੀਜੋ ਜਿਹੜਾ ਅੰਮ੍ਰਿਤਪਾਲ ਹੈ ਕਿੰਨਾ ਸਾਡੇ ਪ੍ਰਭੂ ਯਿਸੂ ਮਸੀਹ ਦੇ ਬਾਰੇ ਬੋਲਦਾ ਰਿਹਾ। ਹਾਲੇਲੂਇਆ, ਬਹੁਤ ਕੁਝ ਬੋਲਦਾ ਰਿਹਾ ਉਹ। ਹਾਲੇਲੂਇਆ। ਤਾਂ ਕੀ ਆ, ਪਰਮੇਸ਼ਰ ਨੇ ਆਪਣੇ ਟਾਈਮ ਦੇ ਨਾਲ ਸਭ ਕੁਝ ਕਰ ਦਿੱਤਾ। ਹਾਲੇਲੂਇਆ, ਸਭ ਕੁਝ ਕਰ ਦਿੱਤਾ। ਮੇਰੇ ਜੀਜੋ, ਹੁਣ ਉਹ ਕਿੱਥੇ ਬੈਠਾ ਹੈ? ਹਾਲੇਲੂਇਆ, ਡੁਬਰੂ ਜੇਲ੍ਹ ਦੇ ਵਿੱਚ ਬੈਠਾ ਹੈ। ਮੇਰੇ ਜੀਜੋ, ਹਾਲੇਲੂਇਆ, ਹਾਲੇਲੂਇਆ, ਉੱਥੇ ਬੈਠਾ। ਮੇਰੇ ਜੀਜੋ, ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੂੰ ਜਿਹੜਾ ਕੋਈ ਇਸ ਤਰ੍ਹਾਂ ਬੋਲਦਾ ਹੈ ਤਾਂ ਪ੍ਰਭੂ ਕਹਿੰਦਾ ਬਦਲਾ ਲੈਣਾ ਮੇਰਾ ਕੰਮ ਆ, ਤੁਸੀਂ ਕੁਝ ਵੀ ਨਹੀਂ ਕਰਨਾ। ਕਹਿੰਦਾ ਸਮੇਂ ਤੋਂ ਠਹਿਰਾਏ ਹੋਏ ਸਮੇਂ ਤੋਂ ਪਹਿਲਾਂ ਤੁਸੀਂ ਕੁਝ ਵੀ ਨਹੀਂ ਬੋਲਣਾ ਹੈ। ਹਾਲੇਲੂਇਆ। ਤਾਂ ਅਸੀਂ ਕੀ ਕਰਨਾ ਹੈ? ਦੁਆ ਕਰਨੀ ਉਹਨਾਂ ਦੇ ਲਈ। हे ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ, ਤੂੰ ਹੀ ਉਹਨੂੰ ਅਕਲ ਦੇ, ਤੂੰ ਹੀ ਬੁੱਧੀ ਦੇ, ਉਹਨੂੰ ਸਮਝ ਦੇ ਕਿ ਜੋ ਕੁਝ ਵੀ ਇਹ ਕਹਿ ਰਹੇ ਆ ਬਹੁਤ ਹੀ ਗਲਤ ਕਹਿ ਰਹੇ ਆ, ਪਰ ਤੁਸੀਂ ਉਹਨਾਂ ਨੂੰ ਅਕਲ ਬੁੱਧੀ ਦਿਓ। ਤਾਂ ਪ੍ਰਭੂ ਕਹਿੰਦਾ ਬਦਲਾ ਲੈਣਾ ਮੇਰਾ ਕੰਮ ਹੈ, ਤੁਸੀਂ ਮੇਰੇ ਉੱਪਰ ਛੱਡ ਦਿਓ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਸਮੇਂ ਤੋਂ ਪਹਿਲਾਂ ਕਿਸੇ ਗੱਲ ਦਾ ਨਿਬੇੜਾ ਨਾ ਕਰੋ, ਉਹ ਤਾਂ ਹਨੇਰੇ ਦੀਆਂ ਗੁਪਤ ਗੱਲਾਂ ਨੂੰ ਪ੍ਰਗਟ ਕਰੇਗਾ। ਹਨੇਰੇ ਦੀਆਂ ਗੁਪਤ ਗੱਲਾਂ ਨੂੰ ਪ੍ਰਗਟ ਕਰੇਗਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ। ਜੋ ਕੁਝ ਤੁਸੀਂ ਹਨੇਰੇ ਦੇ ਵਿੱਚ ਕੀਤਾ ਹੈ ਮੇਰੇ ਜੀਜੋ, ਹਾਲੇਲੂਇਆ, ਹਨੇਰੇ ਵਿੱਚ ਕੀਤਾ ਹੈ, ਕਹਿੰਦਾ ਹਨੇਰੇ ਦੀਆਂ ਗੁਪਤ ਗੱਲਾਂ ਨੂੰ ਪ੍ਰਕਾਸ਼ਿਤ ਕਰੇਗਾ। ਹਾਲੇਲੂਇਆ, ਹਾਲੇਲੂਇਆ। ਹਨੇਰੇ ਦੀਆਂ ਗੱਲਾਂ ਜਿਹੜੀਆਂ ਤੁਸੀਂ ਕੀਤੀਆਂ ਉਹਨਾਂ ਨੂੰ ਪ੍ਰਗਟ ਕਰੇਗਾ ਪਰਮੇਸ਼ਰ। ਹਾਲੇਲੂਇਆ। ਅਤੇ ਮਨ ਦੀਆਂ ਦਲੀਲਾਂ ਨੂੰ ਪ੍ਰਗਟ ਕਰੇਗਾ ਅਤੇ ਉਸ ਵੇਲੇ ਹਰ ਕਿਸੇ ਨੂੰ ਪਰਮੇਸ਼ਰ ਦੀ ਵੱਲੋਂ ਕੀ ਹੋਏਗੀ? ਵਡਿਆਈ ਮਿਲੇਗੀ। ਮੇਰੇ ਜੀਜੋ, ਹਾਲੇਲੂਇਆ, ਪਰਮੇਸ਼ਰ ਨੂੰ ਵਡਿਆਈ ਮਿਲੇਗੀ। ਗੁਪਤ ਗੱਲਾਂ ਨੂੰ ਪ੍ਰਗਟ ਕਰੇਗਾ ਮੇਰੇ ਜੀਜੋ ਸਾਡਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ। ਪਰ ਅਸੀਂ ਸਮੇਂ ਤੋਂ ਪਹਿਲਾਂ ਜਿਹੜਾ ਪਰਮੇਸ਼ਰ ਦੇ ਵਚਨ ਲਿਖਿਆ ਕਿ ਅਸੀਂ ਸਮੇਂ ਤੋਂ ਪਹਿਲਾਂ ਕਿਸੇ ਦਾ ਨਿਬੇੜਾ ਨਹੀਂ ਕਰਨਾ ਹੈ, ਕਿਸੇ ਦੇ ਉੱਪਰ ਤੋਹਮਤ ਨਹੀਂ ਲਾਉਣੀ ਆ, ਕਿਸੇ ਨੂੰ ਕੋਈ ਇਦਾਂ ਦਾ ਮੰਦਾ ਚੰਗਾ ਨਹੀਂ ਬੋਲਣਾ ਕਿ ਉਹ ਕੀ ਕਰ ਰਿਹਾ ਹੈ। ਹਾਲੇਲੂਇਆ। ਬਲਕਿ ਅਸੀਂ ਕੀ ਕਰਨਾ ਹੈ? ਦੁਆ ਕਰਨੀ ਹੈ ਮੇਰੇ ਜੀਜੋ। ਹਾਲੇਲੂਇਆ। ਪਰ ਅੱਜ ਕੱਲ ਕੀ ਹੋ ਰਿਹਾ ਇੰਡੀਆ ਦੇ ਵਿੱਚ? ਸਭ ਕੁਝ ਆਪਾਂ ਦੇਖਦੇ ਹਾਂ, ਵੀਡੀਓ ਦੇ ਵਿੱਚ ਦੇਖਦੇ ਹਾਂ ਸਾਰਾ ਕੁਝ। ਹਾਲੇਲੂਇਆ। ਜੇ ਕਿਸੇ ਇੱਕ ਦੀ ਮਿਨਿਸਟਰੀ ਵੱਧ ਜਾਂਦੀ ਆ ਤਾਂ ਦੂਸਰੇ ਦੇ ਨਾਲ ਖਾਰ ਕਰਨੀ ਸ਼ੁਰੂ ਕਰ ਦਿੰਦਾ ਹੈ। ਇਹ ਸਾਡਾ ਪਰਮੇਸ਼ਰ ਦਾ ਵਚਨ ਨਹੀਂ ਸਿਖਾਉਂਦਾ ਸਾਨੂੰ ਮੇਰੇ ਵਿੱਚ। ਇਹ ਪਰਮੇਸ਼ਰ ਦਾ ਵਚਨ ਸਾਨੂੰ ਨਹੀਂ ਸਿਖਾਉਂਦਾ ਕਿ ਅਸੀਂ ਖਾਰ ਕਰੀਏ ਕਿਸੇ ਦੇ ਨਾਲ। ਹਾਲੇਲੂਇਆ। ਜੇ ਪਰਮੇਸ਼ਰ ਮੈਨੂੰ ਯੂਜ਼ ਕਰ ਰਿਹਾ ਹੈ ਤਾਂ ਮੇਰਾ ਕੀ ਫਰਜ਼ ਬਣਦਾ? ਮੈਂ ਬ੍ਰਦਰ ਰਜਿੰਦਰ ਲਈ ਵੀ ਦੁਆ ਕਰਾਂ, हे ਪਰਮੇਸ਼ਰ ਮੇਰੇ ਬ੍ਰਦਰ ਰਜਿੰਦਰ ਨੂੰ ਵੀ ਤੂੰ ਇਸਤੇਮਾਲ ਕਰ, ਉਹਨੂੰ ਵੀ ਤੋੜਾ ਦੇ ਜਿਹੜਾ ਤੂੰ ਮੈਨੂੰ ਦਿੱਤਾ ਹੈ। ਹਾਲੇਲੂਇਆ। ਪਰ ਉੱਥੇ ਕੀ ਹੋ ਰਿਹਾ ਕਿ ਨਹੀਂ, ਮੇਰੇ ਕੋਲ ਜਿਹੜੀਆਂ ਰੂਹਾਂ ਆਉਂਦੀਆਂ ਕਿਤੇ ਦੂਜੇ ਪਾਸੇ ਨਾ ਚਲੇ ਜਾਣ। ਹਾਲੇਲੂਇਆ। ਦੂਜੇ ਪਾਸੇ ਨਾ ਚਲ ਜਾਣ, ਪਰ ਮੇਰੇ ਕੋਲ ਹੀ ਰਹਿਣ। ਹਾਲੇਲੂਇਆ। ਪਰ ਇਹ ਕੀ ਆ? ਨਿਬੇੜਾ ਕੀ ਕਰਦੇ ਆ? ਉਹ ਆਪ ਹੀ ਨਿਬੇੜਾ ਕਰ ਦਿੰਦੇ ਆ ਮੇਰੇ ਜੀਜੋ, ਆਪ ਹੀ। ਹਾਲੇਲੂਇਆ। ਪਰਮੇਸ਼ਰ ਦੇ ਅੱਗੇ ਨਹੀਂ ਰੱਖਦੇ ਹੈ, ਪਰਮੇਸ਼ਰ ਨੂੰ ਨਹੀਂ ਪੁਕਾਰਦੇ। ਪਰਮੇਸ਼ਰ ਜੋ ਕੁਝ ਮੈਂ ਕਰ ਰਿਹਾ ਮੈਂ ਠੀਕ ਕਰ ਰਿਹਾ ਜਾਂ ਮੈਂ ਗਲਤ ਕਰ ਰਿਹਾ। ਹਾਲੇਲੂਇਆ। ਪਰ ਪਰਮੇਸ਼ਰ ਦੇ ਵਚਨ ਦੇ ਮੁਤਾਬਕ ਇਹ ਗਲਤ ਆ ਨਿਬੇੜਾ ਮੇਰੇ ਜੀਜੋ। ਹਾਲੇਲੂਇਆ। ਪਰਮੇਸ਼ਰ ਕਹਿੰਦਾ ਸਮੇਂ ਤੋਂ ਪਹਿਲਾਂ ਨਿਬੇੜਾ ਨਾ ਤੁਸੀਂ ਕਰੋ। ਹਾਲੇਲੂਇਆ। ਇਸੇ ਤਰ੍ਹਾਂ ਆਪਾਂ ਪਰਮੇਸ਼ਰ ਦੇ ਵਚਨ ਦੇ ਕਹਾਵਤਾਂ ਦੀ ਕਿਤਾਬ 10 ਬਾਬ ਦੀ 18-19 ਆਇਤ ਆਪਾਂ ਪਰਮੇਸ਼ਰ ਦੇ ਵਚਨ ਚੋਂ ਪੜਾਂਗੇ। ਹਾਲੇਲੂਇਆ। ਥੈਂਕ ਯੂ ਜੀਸਸ, ਗਲੋਰੀ ਗਲੋਰੀ ਗਲੋਰੀ। ਤੇ ਸਾਨੂੰ ਕੀ ਆ? ਕਿਸੇ ਦੇ ਨਾਲ ਖਾਰ ਨਹੀਂ ਖਾਣੀ ਚਾਹੀਦੀ। ਹਾਲੇਲੂਇਆ। ਜੇ ਪਰਮੇਸ਼ਰ ਤੁਹਾਨੂੰ ਯੂਜ਼ ਕਰ ਸਕਦਾ ਹੈ, ਤੁਹਾਨੂੰ ਯੂਜ਼ ਕਰਦਾ, ਦੂਸਰੇ ਨੂੰ ਵੀ ਯੂਜ਼ ਕਰ ਸਕਦਾ ਹੈ। ਇਹ ਪਰਮੇਸ਼ਰ ਦੀ ਵੱਲੋਂ ਹੁੰਦਾ ਆ ਮੇਰੇ ਜੀਜੋ। ਹਾਲੇਲੂਇਆ। ਕਿ ਪਰਮੇਸ਼ਰ ਨੇ ਕਿੱਦਾਂ ਕਿਸੇ ਨੂੰ ਇਸਤੇਮਾਲ ਕਰਨਾ ਹੈ। ਪਰਮੇਸ਼ਰ ਨੇ ਵੱਖਰੇ ਗਿਫਟ ਦਿੱਤੇ ਆ ਪਰਮੇਸ਼ਰ ਨੇ। ਹਾਲੇਲੂਇਆ, ਹਾਲੇਲੂਇਆ। ਕਿਸੇ ਨੂੰ ਪ੍ਰਚਾਰਕ ਦਾ, ਕਿਸੇ ਨੂੰ ਗੀਤ ਸੁਣਾਉਣ ਦਾ, ਕਿਸੇ ਨੂੰ ਵਰਸ਼ਿਪ ਕਰਨ ਦਾ, ਕਿਸੇ ਨੂੰ ਕੁਝ ਵੱਖਰੇ ਗਿਫਟ ਪਰਮੇਸ਼ਰ ਨੇ ਸਾਨੂੰ ਦਿੱਤੇ ਆ ਮੇਰੇ ਜੀਜੋ। ਤਾਂ ਉਹਨਾਂ ਦੇ ਉੱਪਰ ਸਾਨੂੰ ਚੱਲਣਾ ਚਾਹੀਦਾ। ਹਾਲੇਲੂਇਆ।
ਤੇ ਸਾਨੂੰ ਜਿਹੜਾ ਇੱਕ ਦੂਜੇ ਦੇ ਨਾਲ ਖਾਰ ਨਹੀਂ ਖਾਣੀ ਚਾਹੀਦੀ। ਬਹੁਤ ਕੁਝ ਹੋ ਰਿਹਾ ਹੈ, ਪਰ ਅਸੀਂ ਲੋਕਾਂ ਨੂੰ ਨਹੀਂ ਦੇਖਣਾ, ਨਾ ਅਸੀਂ ਕਿਸੇ ਇੰਡੀਆ ਦੇ ਵਿੱਚ ਕਿਸੇ ਨੂੰ ਦੇਖਣਾ ਹੈ ਮੇਰੇ ਜੀਜੋ, ਹਾਲੇਲੂਇਆ, ਨਾ ਕਿਸੇ ਹੋਰ ਨੂੰ ਦੇਖਣਾ ਹੈ, ਪਰ ਅਸੀਂ ਪਰਮੇਸ਼ਰ ਦਾ ਵਚਨ ਦੇਖਣਾ ਹੈ ਮੇਰੇ ਜੀਜੋ, ਹਾਲੇਲੂਇਆ। ਪਰਮੇਸ਼ਰ ਦਾ ਵਚਨ ਸਾਨੂੰ ਕੀ ਕਹਿੰਦਾ ਹੈ ਕਿ ਹਰ ਇੱਕ ਦੇ ਨਾਲ ਪਿਆਰ ਕਰੋ, ਹਰ ਇੱਕ ਲਈ ਦੁਆ ਕਰੋ। ਜੇ ਸਾਨੂੰ ਪਰਮੇਸ਼ਰ ਤੂੰ ਸਾਨੂੰ ਯੂਜ਼ ਕਰ ਰਿਹਾ, ਦੂਸਰੇ ਨੂੰ ਵੀ ਕਰੋ, ਹਾਲੇਲੂਇਆ। ਮੇਰੇ ਬ੍ਰਦਰ ਰਿੰਕੂ ਨੂੰ ਵੀ ਯੂਜ਼ ਕਰੋ, ਬ੍ਰਦਰ ਰਜਿੰਦਰ ਨੂੰ ਵੀ ਕਰੋ, ਬ੍ਰਦਰ ਨਿਕਲ ਨੂੰ ਵੀ ਕਰੋ, ਸਭ ਨੂੰ ਯੂਜ਼ ਕਰੋ, ਹਾਲੇਲੂਇਆ। ਤਾਂ ਉਹ ਕਰਦਾ ਹੈ ਮੇਰੇ ਜੀ, ਹਾਲੇਲੂਇਆ, ਹਾਲੇਲੂਇਆ। ਮੇਰਾ ਹੁੰਦਾ ਹੈ ਕਿ ਮੈਂ ਇਕੱਲਾ ਪ੍ਰਚਾਰ ਨਾ ਕਰਾਂ, ਮੇਰੇ ਭਾਈ ਵੀ, ਮੇਰੇ ਵੱਡੇ ਛੋਟੇ ਬੱਚੇ ਵੀ, ਉਹ ਸਾਰੇ ਕਰਨ, ਅਸੀਂ ਸਾਰੇ ਮਿਲ ਕੇ ਪਰਮੇਸ਼ਰ ਦੀ ਸੇਵਾ ਦੇ ਵਿੱਚ ਕਰੀਏ, ਹਾਲੇਲੂਇਆ, ਹਾਲੇਲੂਇਆ। ਇਹ ਅਸਲੀ ਪਿਆਰ ਆ ਮਸੀਹ ਦਾ, ਹਾਲੇਲੂਇਆ। ਇਹ ਮਸੀਹ ਦਾ ਪਿਆਰ ਆ। ਪਰਮੇਸ਼ਰ ਦਾ ਵਚਨ ਵੀ ਸਾਨੂੰ ਇਹੀ ਦੱਸਦਾ। ਕਹਾਵਤਾਂ ਦੀ ਕਿਤਾਬ ਉਹਦਾ 10 ਬਾਬ ਉਹਦੀ 18-19 ਆਇਤ ਆਪਾਂ ਪੜ੍ਹਨਾ ਪਰਮੇਸ਼ਰ ਦੇ ਵਚਨ ਚ, हालेलुया। पंजाबी जो पढ़ी। बैर को छिपाए रखता है वो झूठ बोलता है और जो झूठी निंदा फैलाता है वो मूर्ख है। जहाँ बहुत बातें होती है वहाँ अपराध भी बहुत होता है, परंतु जो अपने मुंह को बंद रखता है वो बुद्धि से काम करता है। बुद्धि से काम करता है। हालेलुया। परमेश्वर ਦੇ ਵਚਨ ਚ ਲਿਖਿਆ 10 ਬਾਪ ਦੀ ਉਹਦੀ 18 ਚ ਲਿਖਿਆ ਜਿਹੜਾ ਬੈਰ ਨੂੰ ਢੱਕ ਰੱਖਦਾ ਹੈ ਉਹ ਝੂਠੇ ਬੁੱਲਾਂ ਵਾਲਾ, ਜਿਹੜਾ ਬੈਰ ਨੂੰ ਢੱਕ ਰੱਖਦਾ ਹੈ ਉਹ ਝੂਠੇ ਬੁੱਲਾਂ ਦਾ, ਉਹ ਝੂਠ ਬੋਲਦਾ ਹੈ। ਹਾਲੇਲੂਇਆ, ਹਾਲੇਲੂਇਆ। ਅਤੇ ਜਿਹੜਾ ਉਂਝ ਲਾਉਂਦਾ ਹੈ ਉਹ ਮੂਰਖ ਆ। ਜਿਹੜਾ ਉਂਝ ਲਾਉਂਦਾ, ਕਿਸੇ ਦੇ ਉੱਪਰ ਉਂਝ ਲਾਉਂਦਾ ਮੇਰੇ ਜੀ, ਜੋ ਉਹ ਮੂਰਖ ਗਿਣਿਆ ਗਿਆ ਹੈ। ਹਾਲੇਲੂਇਆ, ਹਾਲੇਲੂਇਆ। ਆਪਾਂ ਮੂਰਖ ਨਹੀਂ ਬਣਨਾ, ਬਲਕਿ ਅਸੀਂ ਅੱਛੇ ਬੱਚੇ ਬਣਨਾ ਹੈ, ਅੱਛੇ ਖੁਦਾ ਦੇ ਦਾਸ ਬਣਨਾ ਹੈ, ਅੱਛੇ ਖੁਦਾ ਦੀਆਂ ਦਾਸੀਆਂ ਬਣਨਾ ਹੈ, ਅੱਛੇ ਵਰਸ਼ਿਪ ਬਣਨਾ ਹੈ, ਤਾਂ ਕਿ ਅਸੀਂ ਪਰਮੇਸ਼ਰ ਸਾਨੂੰ ਹੋਰ ਵੀ ਜ਼ਿਆਦਾ ਉੱਚਾ ਚੱਕੇ ਮੇਰੇ ਜੀ। ਕਿਸੇ ਤੇ ਉਂਝ ਨਹੀਂ ਲਾਉਣੀ ਹੈ ਮੇਰੇ ਜੀਜੋ। ਅੱਜ ਤੋਂ ਅਸੀਂ ਆਪਣੇ ਦਿਲਾਂ 'ਚ ਧਾਰ ਲਈਏ ਕਿ ਕਿਸੇ ਨੂੰ ਅਸੀਂ ਆਪਾਂ ਉਂਝ ਨਹੀਂ ਕਿਸੇ ਦੇ ਉੱਪਰ ਲਾਉਣੀ ਹੈ। ਹਾਲੇਲੂਇਆ, ਹਾਲੇਲੂਇਆ। ਦੋਸ਼ ਨਹੀਂ ਲਾਉਣਾ, ਜਿੱਦਾਂ ਬ੍ਰਦਰ ਰਜਿੰਦਰ ਨੇ ਪਿਛਲੀ ਵਾਰ ਵੀ ਬਚਨ ਕੀਤਾ ਸੀਗਾ, ਕਿਸੇ ਤੇ ਦੋਸ਼ ਨਹੀਂ ਲਾਉਣਾ ਹੈ ਮੇਰੇ ਜੀਜੋ। ਉਹਨਾਂ ਲਈ ਦੁਆ ਕਰਨੀ ਹੈ ਕਿ ਪਰਮੇਸ਼ਰ ਤੂੰ ਹੀ ਮਦਦ ਕਰ, ਇਹਨਾਂ ਦੀ ਸਹਾਇਤਾ ਕਰ ਮੇਰੇ ਜੀਜੋ। ਉਹ ਮੂਰਖ ਗਿਣਿਆ ਜਿਹੜਾ ਕਿਸੇ ਦੇ ਉੱਪਰ ਉਂਝ ਲਾਉਂਦਾ। ਪਰਮੇਸ਼ਰ ਦੇ ਵਚਨ 'ਚ ਉਹਨੂੰ ਕੀ ਕਿਹਾ ਗਿਆ? ਮੂਰਖ। ਹਾਲੇਲੂਇਆ। ਆਪਾਂ ਮੂਰਖ ਨਹੀਂ ਬਣਨਾ ਕਿ ਪਰਮੇਸ਼ਰ ਦੇ ਅੱਛੇ ਦਾਸ ਦਾਸੀਆਂ ਬਣਨਾ ਮੇਰੇ ਜੀਜੋ, ਅੱਛੇ ਬੱਚੇ ਬਣਨਾ ਹੈ ਮੇਰੇ ਜੀਜੋ। ਹਾਲੇਲੂਇਆ। ਲਿਖਿਆ ਅੱਗੇ, ਗੱਪਾਂ ਦੇ ਵਾਧੇ ਵਿੱਚ ਅਪਰਾਧ ਦੀ ਕਮੀ ਹੈ। ਗੱਪਾਂ ਦੇ ਵਾਧੇ ਵਿੱਚ ਅਪਰਾਧ ਦੀ ਕਮੀ, ਪਰ ਜੋ ਆਪਣੇ ਬੁੱਲਾਂ ਨੂੰ ਰੋਕਦਾ ਹੈ ਉਹ ਦਾਨਾ ਹੈ ਮੇਰੇ ਜੀਜੋ। ਹਾਲੇਲੂਇਆ। ਜਿਹੜਾ ਆਪਣੇ ਬੁੱਲਾਂ ਨੂੰ ਰੋਕਦਾ ਹੈ। ਕਈ ਵਾਰੀ ਇਸ ਤਰ੍ਹਾਂ ਦੀਆਂ ਅਸੀਂ ਗੱਲਾਂ ਕਰ ਜਾਂਦੇ ਹਾਂ ਜਿਹਦੇ ਵਿੱਚ ਉਹਦਾ ਕੋਈ ਪਰਮੇਸ਼ਰ ਦੇ ਵਚਨ ਦੇ ਮੁਤਾਬਕ ਮੂੰਹ ਦੇ ਵਿੱਚੋਂ ਜਦੋਂ ਕੋਈ ਗੱਲ ਕਰਦੇ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਹੈ ਮੇਰੇ ਜੀਜੋ। ਉਹ ਕਹਿੰਦੇ ਜਿਹੜਾ ਆਪਣੇ ਬੁੱਲਾਂ ਨੂੰ ਰੋਕਦਾ ਹੈ ਉਹ ਦਾਨਾ ਆ। ਹਾਲੇਲੂਇਆ। ਉਹ ਬਹੁਤ ਹੀ ਅੱਛਾ ਇਨਸਾਨ ਹੈ ਜਿਹੜਾ ਆਪਣੇ ਬੁੱਲਾਂ ਨੂੰ ਰੋਕ ਕੇ ਰੱਖਦਾ। ਕਹਿਣ ਦਾ ਮਤਲਬ ਆ ਕਿ ਕੋਈ ਇਦਾਂ ਦੀ ਗੱਲਬਾਤ ਜਿਹੜੀ ਹੈ ਸਾਡੇ ਮੂੰਹ ਦੇ ਵਿੱਚੋਂ ਨਾ ਨਿਕਲੇ ਜਿਹਨੂੰ ਕਿਸੇ ਦੂਸਰੇ ਨੂੰ ਕੀਆ ਦੁੱਖ ਹੋਵੇ ਮੇਰੇ ਜੀਜੋ। ਹਾਲੇਲੂਇਆ। ਕਿਸੇ ਨੂੰ ਦੁੱਖ ਹੋਵੇ ਮੇਰੇ ਜੀਜੋ। ਇਦਾਂ ਦਾ ਮੂੰਹ ਦੇ ਵਿੱਚੋਂ, ਸਾਡੇ ਮੂੰਹ ਦੇ ਵਿੱਚੋਂ ਕੋਈ ਇਦਾਂ ਦੀ ਗੱਲ ਨਹੀਂ ਨਿਕਲਣੀ ਚਾਹੀਦੀ, ਸਗੋਂ ਉਹ ਗੱਲ ਨਿਕਲਣੀ ਚਾਹੀਦੀ ਅਗਲੇ ਲਈ ਬਰਕਤ ਦਾ ਵਾਅਦਾ ਤੇ ਅਗਲੇ ਲਈ ਆਸ਼ੀਸ਼ ਜਿਹੜੀ ਆ ਉਹ ਸਾਡੇ ਮੂੰਹ ਦੇ ਵਿੱਚੋਂ ਨਿਕਲਣੀ ਚਾਹੀਦੀ ਹੈ। ਜੇ ਤੁਸੀਂ ਕਿਸੇ ਨੂੰ ਆਸ਼ੀਸ਼ ਕਰੋਗੇ, ਕਿਸੇ ਨੂੰ ਆਸ਼ੀਸ਼ ਦਿਓਗੇ, ਤਾਂ ਪਰਮੇਸ਼ਰ ਤੁਹਾਨੂੰ ਉਸ ਤੋਂ ਵੀ ਜ਼ਿਆਦਾ ਉੱਚਾ ਆਸ਼ੀਸ਼ ਕਰੇਗਾ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਅਸੀਂ ਆਪਣੇ ਬੁੱਲਾਂ ਨੂੰ ਰੋਕਦਾ ਲਿਖਿਆ ਉਹ ਦਾਨਾ ਆ। ਇੱਕ ਮਤਲਬ ਗੀਤ, ਪੰਜਾਬੀ ਗੀਤ ਅਸੀਂ ਇੱਕ ਦਿਨ ਲੱਭਦੇ ਸੀ, ਉਹ ਦਾਨੀ ਧੀ ਦੇ ਬਾਰੇ, ਦਾਨੀ ਧੀ ਦੇ ਬਾਰੇ ਆ ਗੀਤ ਬਹੁਤ ਹੀ ਵਧੀਆ। ਉਹਦੇ ਵਿੱਚ ਬੱਚੀ ਦੇ ਬਾਰੇ ਉਹਨਾਂ ਨੇ ਦੱਸਿਆ ਕਿ ਦਾਨੀ ਧੀ ਜਿਹੜੀ ਆ ਉਹ ਕਿੱਦਾਂ ਦੀ ਹੋਣੀ ਚਾਹੀਦੀ ਹੈ, ਕਿੱਦਾਂ ਦੇ ਕੰਮ ਉਹਦੇ ਹੋਣੇ ਚਾਹੀਦੇ ਆ, ਕਿੱਦਾਂ ਦੀਆਂ ਉਹਦੀਆਂ ਗੱਲਾਂ ਹੋਣੀਆਂ ਚਾਹੀਦੀਆਂ। ਤੇ ਏਦਾਂ ਹੀ ਲਿਖਿਆ ਪਰਮੇਸ਼ਰ ਉਹ ਦਾਨਾ ਆ। ਜਦੋਂ ਅਸੀਂ ਦਾਨੇ ਹੁੰਦੇ ਸਾਡੇ ਵਿੱਚ ਉਹ ਗੱਲਾਂ ਜਿਹੜੀਆਂ ਆ ਇਸ ਵਚਨ ਦੇ ਮੁਤਾਬਕ ਜਿਹੜੀਆਂ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਹੋਣੀਆਂ ਬਹੁਤ ਹੀ ਜ਼ਰੂਰੀ ਹੈ। ਤਾਂ ਉਹਨੂੰ ਅਸੀਂ ਦਾਨਾ ਗਿਣਦੇ ਆ। ਹਾਲੇਲੂਇਆ। ਉਹਨੂੰ ਦਾਨਾ ਗਿਣਿਆ ਜਾਂਦਾ ਕਿ ਬਹੁਤ ਹੀ ਅੱਛਾ ਇਨਸਾਨ ਆ ਇਹ ਪਰਮੇਸ਼ਰ ਦੇ ਵਚਨ ਦੇ ਮੁਤਾਬਕ ਚੱਲਦਾ, ਇਹ ਪਰਮੇਸ਼ਰ ਦੀ ਮਰਜ਼ੀ ਦੇ ਮੁਤਾਬਕ ਚੱਲਦਾ ਹੈ, ਇਹ ਪਰਮੇਸ਼ਰ ਦੀ ਇੱਛਾ ਨੂੰ ਪੂਰਾ ਕਰਦਾ ਹੈ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਜੋ ਵੀ ਅਸੀਂ ਵਚਨ ਸਿੱਖਦੇ ਹਾਂ, ਹਾਲੇਲੂਇਆ, ਮੇਰੇ ਲਈ ਵੀ ਉਨਾ ਹੀ ਹੈ, ਆਪਣੇ ਸਾਰਿਆਂ ਦੇ ਲਈ ਉਨਾ ਹੈ ਮੇਰੇ ਜੀ। ਅਸੀਂ ਸਾਰਿਆਂ ਨੇ ਸਿੱਖਣਾ ਹੈ, ਅਸੀਂ ਦਾਨੇ ਬਣਨਾ ਹੈ, ਅੱਛੇ ਇਨਸਾਨ ਬਣਨਾ ਹੈ, ਪਰਮੇਸ਼ਰ ਦੇ ਅੱਛੇ ਦਾਸ ਬਣਨਾ ਹੈ, ਦਾਸੀਆਂ ਬਣਨਾ ਹੈ, ਅੱਛੇ ਵਰਸ਼ਿਪ ਬਣਨਾ ਹੈ, ਤਾਂ ਕਿ ਸਾਡੇ ਮੂੰਹ ਦੇ ਵਿੱਚੋਂ ਦੂਸਰੇ ਲੋਕਾਂ ਲਈ ਅੱਛੀ ਗੱਲਬਾਤ ਨਿਕਲੇ ਮੇਰੇ ਜੀ, ਜਿਹਦੇ ਨਾਲ ਪਰਮੇਸ਼ਰ ਖੁਸ਼ ਹੋਵੇ ਮੇਰੇ ਜੀ। ਹਾਲੇਲੂਇਆ, ਹਾਲੇਲੂਇਆ। ਇਸੇ ਤਰ੍ਹਾਂ ਆਪਾਂ ਅਗਲਾ ਫਿਰ ਆਪਾਂ ਆਇਤ ਪੜਾਂਗੇ ਦੁਬਾਰਾ।
ਪਹਿਲਾ ਕੁਰਿੰਥੀਆਂ 4 ਬਾਬ ਦੀ 5 ਆਇਤ, ਦੁਬਾਰਾ ਫਿਰ ਉਹੀ ਆਇਤ ਆਪਾਂ ਪੜਾਂਗੇ। ਹਾਲੇਲੂਇਆ, ਹਾਲੇਲੂਇਆ। Oh, thank you, Jesus. Glory, 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 glory. Hallelujah. Thank you, Jesus. ਪੰਜਾਬੀ ਚ ਪੜ੍ਹਦੀ ਉਹੀ ਪਹਿਲਾ ਹੀ ਪੜ੍ਹੀ ਸੀ ਆਪਾਂ, ਪਹਿਲਾ ਕੁਰਿੰਥੀਆਂ ਉਹ 4 ਬਾਬ ਦੀ 5। ਇਸ ਲਈ ਜਿੰਨਾ ਚਿਰ ਪ੍ਰਭੂ ਨਾ ਆਵੇ ਤੁਸੀਂ ਸਮੇਂ ਤੋਂ ਪਹਿਲਾਂ ਕਿਸੇ ਗੱਲ ਦਾ ਜਿੰਨਾ ਚਿਰ ਪ੍ਰਭੂ ਨਾ ਆਵੇ ਤੁਸੀਂ ਸਮੇਂ ਤੋਂ ਪਹਿਲਾਂ ਕਿਸੇ ਦਾ ਨਿਆਂ ਨਹੀਂ ਕਰਨਾ ਮੇਰੇ ਜੀਜੋ। ਨਿਆਂ ਕਦੋਂ ਹੋਣਾ ਆ? ਜਦੋਂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਨੇ ਇਸ ਧਰਤੀ ਤੇ ਇਸ ਦੁਨੀਆ ਤੇ ਆਉਣਾ, ਜਦੋਂ ਉਹਨੇ ਨਿਆਂ ਕਰਨਾ, ਉਹਨੇ ਦੇਖਣਾ ਵੀ ਨਿਆਂ ਕਰਨਾ ਵੀ ਤੁਸੀਂ ਮੇਰੇ ਵਚਨ ਦੇ ਮੁਤਾਬਕ ਚੱਲੇ ਆ, ਤੁਸੀਂ ਮੇਰੇ ਵਚਨ ਦੇ ਮੁਤਾਬਕ ਆਪਣੀਆਂ ਜ਼ਿੰਦਗੀਆਂ ਜਿਹੜੀਆਂ ਆ ਉਹ ਬਸਰ ਕੀਤੀਆਂ, ਮੇਰੇ ਵਚਨ ਦੇ ਮੁਤਾਬਕ ਤੁਸੀਂ ਚੱਲੇ ਆ। ਤੇ ਮੇਰੇ ਜੇ ਸੱਚਮੁੱਚ ਅਸੀਂ ਪਰਮੇਸ਼ਰ ਦੇ ਵਚਨ ਦੇ ਮੁਤਾਬਕ ਚੱਲੇ ਹੋਵਾਂਗੇ, ਜੋ ਪਰਮੇਸ਼ਰ ਦੇ ਵਚਨ ਦੇ ਵਿੱਚ ਲਿਖਿਆ ਹੈ ਉਸ ਤਰ੍ਹਾਂ ਸਾਡੀਆਂ ਜ਼ਿੰਦਗੀਆਂ ਬੀਤੀਆਂ ਹੋਣਗੀਆਂ, ਤਾਂ ਮੇਰੇ ਚੀਜ਼ੋ ਉਹ ਨਿਆਂ ਜਿਹੜਾ ਪਰਮੇਸ਼ਰ ਨੇ ਕਰਨਾ ਹੈ। ਹਾਲੇਲੂਇਆ। ਜੇ ਤੁਸੀਂ ਚੰਗੇ ਕੰਮ ਕੀਤੇ ਆ ਤੇ ਚੰਗਾ ਨਿਆਂ ਤੁਹਾਡਾ ਪਰਮੇਸ਼ਰ ਕਰੂਗਾ, ਜੇ ਤੁਸੀਂ ਮਾੜੇ ਕੰਮ ਕੀਤੇ ਆ ਤਾਂ ਉਹਦਾ ਵੀ ਨਿਆਂ ਪਰਮੇਸ਼ਰ ਨੇ ਕਰਨਾ ਮੇਰੇ ਚੀਜ਼ੋ। ਹਾਲੇਲੂਇਆ। ਉਹਦਾ ਨਿਆਂ ਵੀ ਮਾੜਾ ਹੀ ਹੋਏਗਾ ਮੇਰੇ ਚੀਜ਼ੋ। ਹਾਲੇਲੂਇਆ। ਪਰ ਸਾਨੂੰ ਕੀ ਚਾਹੀਦਾ? ਅਸੀਂ ਪਰਮੇਸ਼ਰ ਦੇ ਵਿੱਚ ਹੋ ਕੇ ਸਾਨੂੰ ਕੀ ਚਾਹੀਦਾ ਕਿ ਅਸੀਂ ਪਰਮੇਸ਼ਰ ਦੇ ਵਚਨ ਨੂੰ ਪੜ੍ਹ ਕੇ ਉਹਦੇ ਉੱਪਰ ਚੱਲ ਕੇ ਜੋ ਪਰਮੇਸ਼ਰ ਦੇ ਵਚਨ ਲਿਖੇ ਅੱਛੇ ਕੰਮ ਜਿਹੜੇ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੂੰ ਪਸੰਦ ਨਹੀਂ ਹੈ ਉਹ ਨਹੀਂ ਕਰਨੇ ਅਸੀਂ, ਤਾਂ ਫੇਰ ਅਸੀਂ ਮੇਰੇ ਜੀਜੋ ਪਰਮੇਸ਼ਰ ਸਾਡਾ ਨਿਆਂ ਜਿਹੜਾ ਆ ਸੱਚਾ ਨਿਆਂ ਕਰੇਗਾ, ਅੱਛਾ ਨਿਆਂ ਸਾਡਾ ਕਰੇਗਾ। ਹਾਲੇਲੂਇਆ, ਹਾਲੇਲੂਇਆ। ਇਸ ਲਈ ਜਿੰਨਾ ਚਿਰ ਪ੍ਰਭੂ ਨਾ ਆਵੇ ਤੁਸੀਂ ਸਮੇਂ ਤੋਂ ਪਹਿਲਾਂ ਕਿਸੇ ਗੱਲ ਦਾ ਨਿਬੇੜਾ ਨਾ ਕਰੋ। ਨਿਬੇੜਾ ਕਰਨ ਵਾਲਾ ਤਾਂ ਇੱਕੋ ਹੀ ਯਿਸੂ ਮਸੀਹ ਨਾਸਰੀ ਆ ਮੇਰੇ ਜੀ। ਹਾਲੇਲੂਇਆ। ਅਸੀਂ ਕੌਣ ਹੁੰਨੇ ਆ ਕਿਸੇ ਦਾ ਨਿਬੇੜਾ ਕਰਨ ਦੇ ਲਈ? ਹਾਲੇਲੂਇਆ। ਸਾਡਾ ਯਿਸੂ ਮਸੀਹ ਨਾਸਰੀ ਜਿਹੜਾ ਆ ਉਹਨੇ ਨਿਬੇੜੇ ਕਰਨੇ ਆ ਮੇਰੇ ਜੀ। ਸਭ ਕੁਝ ਉਹਨੇ ਕਰਨਾ ਹੈ। ਹਾਲੇਲੂਇਆ। ਚੰਗੇ ਕੰਮ ਚੰਗਾ ਫਲ, ਮਾੜੇ ਕੰਮ ਮਾੜਾ ਫਲ। ਹਾਲੇਲੂਇਆ, ਹਾਲੇਲੂਇਆ। ਸਮੇਂ ਤੋਂ ਪਹਿਲਾਂ ਕਿਸੇ ਗੱਲ ਦਾ ਨਿਬੇੜਾ ਨਾ ਕਰੋ। ਉਹ ਤਾਂ ਹਨੇਰੇ ਦੀਆਂ ਗੁਪਤ ਗੱਲਾਂ ਨੂੰ ਪ੍ਰਕਾਸ਼ਿਤ ਕਰਾ, ਹਨੇਰੇ ਦੀਆਂ ਗੱਲਾਂ ਨੂੰ ਗੁਪਤ ਗੱਲਾਂ ਨੂੰ ਪ੍ਰਕਾਸ਼ਿਤ ਕਰੇਗਾ। ਉਸ ਵੇਲੇ ਹਰ ਕਿਸੇ ਨੂੰ ਪਰਮੇਸ਼ਰ ਦੀ ਵੱਲੋਂ ਵਡਿਆਈ ਮਿਲੇਗੀ। ਉਸ ਵੇਲੇ ਹਰ ਕਿਸੇ ਨੂੰ ਪਰਮੇਸ਼ਰ ਵੱਲੋਂ ਵਡਿਆਈ ਮਿਲੇਗੀ ਮੇਰੇ ਜੀਜੋ। ਜਦੋਂ ਅਸੀਂ ਪਰਮੇਸ਼ਰ ਦੇ ਉੱਪਰ ਛੱਡ ਦਿੰਦੇ ਹਾਂ, ਪਰਮੇਸ਼ਰ ਇਹ ਤੇਰਾ ਕੰਮ ਹੈ ਮੇਰਾ ਕੰਮ ਨਹੀਂ, ਜਦੋਂ ਅਸੀਂ ਪਰਮੇਸ਼ਰ ਦੇ ਉੱਪਰ ਛੱਡ ਦਿੰਦੇ ਆ ਤਾਂ ਫਿਰ ਪਰਮੇਸ਼ਰ ਜਿਹੜਾ ਆ ਉਹ ਨਿਆਂ ਕਰਨ ਵਾਲਾ ਪਰਮੇਸ਼ਰ ਆ ਮੇਰੇ ਜੀਜੋ। ਹਾਲੇਲੂਇਆ, ਹਾਲੇਲੂਇਆ। ਇੱਕ ਆਖਰੀ ਆਇਤ ਆਪਾਂ ਪੜਾਂਗੇ, ਉਸ ਤੋਂ ਬਾਅਦ ਪ੍ਰਭੂ ਭੋਜ ਵੀ ਆਪਾਂ ਪ੍ਰਭੂ ਭੋਜ ਦੀ ਮੀਟਿੰਗ ਕਰਨੀ ਹੈ। ਇਬਰਾਨੀਆਂ 10 ਬਾਬ ਦੀ 30 ਆਇਤ ਆਪਾਂ ਪਰਮੇਸ਼ਰ ਦੇ ਵਿੱਚ ਪੜਨਾ। ਹਾਲੇਲੂਇਆ। Thank you, Jesus. Glory, 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 glory. Hallelujah. 10 ਬਾਬ ਦੀ 30 ਆਇਤ ਪਰਮੇਸ਼ਰ ਦੇ ਵਚਨ ਚੋਂ ਪੜਾਂਗੇ। Hallelujah. Thank you, Jesus. Thank you, Jesus. इब्रानियों 10 बाब दी 30 आयत। हालेलुया। क्योंकि हम उसे जानते हैं जिसने कहा पर्दा लेना मेरा काम है, मैं ही बदला दूंगा। और फिर ये कि प्रभु अपने लोगों का न्याय करेगा। आमीन। की लिखा परमेश्वर दे वचन? हालेलुया। इब्रानियों 10 बाब दी 30 आयत ਵਿੱਚ ਲਿਖਿਆ, ਕਿਉਂ ਜੋ ਅਸੀਂ ਉਹਨੂੰ ਜਾਣਦੇ ਹਾਂ ਜਿਹਨੇ ਆਖਿਆ ਹੈ ਭਈ ਬਦਲਾ ਲੈਣਾ ਮੇਰਾ ਕੰਮ ਹੈ ਮੇਰੇ ਜੀਜੋ। ਕਿਹਨੂੰ ਜਾਣਦੇ ਆਪਾਂ ਸਾਰੇ? ਕਿਹਨੂੰ ਜਾਣਦੇ? ਪਤਾ ਕਿਸੇ ਨੂੰ ਕਿਹਨੂੰ ਜਾਣਦੇ ਆਪਾਂ? ਯਿਸੂ ਮਸੀਹ ਨਾਸਰੀ ਨੂੰ ਜਾਣਦੇ ਆਪਾਂ ਮੇਰੇ ਜੀਜੋ। ਤੇ ਜਿਹੜਾ ਕਹਿੰਦਾ ਹੈ ਕਿ ਬਦਲਾ ਲੈਣਾ ਮੇਰਾ ਕੰਮ ਹੈ ਮੇਰੇ ਜੀਜੋ। ਅਸੀਂ ਉਸ ਯਿਸੂ ਮਸੀਹ ਨਾਸਰੀ ਜਿਹੜਾ ਪ੍ਰਭੂਆਂ ਦਾ ਪ੍ਰਭੂ ਰਾਜਾਂ ਦਾ ਰਾਜਾ ਯਿਸੂ ਨਾਸਰੀ ਹੈ ਉਹਨੂੰ ਅਸੀਂ ਜਾਣਦੇ ਹਾਂ, ਜਿਹੜਾ ਕਹਿੰਦਾ ਕਿ ਬਦਲਾ ਲੈਣਾ ਮੇਰਾ ਕੰਮ ਹੈ। ਤੁਸੀਂ ਬਦਲਾ ਨਹੀਂ ਲੈਣਾ ਹੈ, ਬਦਲਾ ਲੈਣਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਦਾ ਕੰਮ ਹੈ ਮੇਰੇ ਜੀਜੋ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਜਿਹਨੂੰ ਆਖਿਆ ਵੀ ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਵੱਡਾ ਲਵਾਂਗਾ ਅਤੇ ਫਿਰ ਇਹ ਕਿ ਪ੍ਰਭੂ ਆਪਣੀ ਪ੍ਰਜਾ ਦਾ ਨਿਆਂ ਕਰੇਗਾ। ਫਿਰ ਆਪਣੀ ਪ੍ਰਜਾ ਦਾ ਨਿਆਂ ਕਰੇਗਾ। ਪਰਮੇਸ਼ਰ ਕਹਿੰਦਾ ਮੈਂ ਹੀ ਵੱਡਾ ਲਵਾਂਗਾ ਤੇ ਮੈਂ ਹੀ ਆਪਣੀ ਪ੍ਰਜਾ ਦਾ ਕੀ ਕਰਾਂਗਾ? ਨਿਆਂ ਕਰਾਂਗਾ ਮੇਰੇ ਜੀਜੋ। ਹਾਲੇਲੂਇਆ। ਨਿਆਂ ਜਿਹੜਾ ਆ ਉਹ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਨੇ ਕਰਨਾ ਹੈ, ਕਿਸੇ ਆਪਾਂ ਨਹੀਂ ਕਰਨਾ ਹੈ ਮੇਰੇ ਜੀਜੋ। ਨਾ ਸਾਨੂੰ ਕੋਈ ਹੱਕ ਦਿੱਤਾ ਗਿਆ ਹੈ ਪਰਮੇਸ਼ਰ ਦੇ ਵਚਨ 'ਚ ਲਿਖਿਆ, ਨਾ ਸਾਨੂੰ ਕੋਈ ਹੱਕ ਦਿੱਤਾ ਕਿ ਤੁਸੀਂ ਨਿਬੇੜਾ ਕਰੋ। ਅਸੀਂ ਨਹੀਂ ਕਰ ਸਕਦੇ ਹਾਂ। ਇੱਕੋ ਇੱਕ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਜਿਹਨੂੰ ਅਸੀਂ ਜਾਣਦੇ ਹਾਂ, ਉਹ ਯਿਸੂ ਮਸੀਹ ਨਾਸਰੀ ਆ ਜਿਹੜਾ ਨਿਬੇੜਾ ਕਰੇਗਾ ਮੇਰੇ ਜੀਜੋ, ਜਿਹੜਾ ਹਾਲੇਲੂਇਆ ਜਿਹੜਾ ਨਿਆਂ ਕਰੇਗਾ। ਕਹਿੰਦਾ ਬਦਲਾ ਲੈਣਾ ਮੇਰਾ ਕੰਮ ਹੈ, ਮੈਂ ਹੀ ਪੱਟਾ ਲਵਾਂਗਾ ਅਤੇ ਫਿਰ ਇਹ ਕਿ
प्रभु अपनी प्रजा का न्याय करेगा। फिर प्रभु यीशु मसीह नासरी जिहड़ा वो अपनी प्रजा जिहड़ी उन्होंने मनण वाले लोग आ ओदी प्रजा आ उन्हां दा न्याय करेगा मेरे जीजो। हालेलुया। इस करके असीं इस वचन दे उपर चलना है, परमेश्वर दे वचन नूं फड़ना है, फड़ के असीं इहदे उपर चलना है ताकि असीं आप पर वचन पढ़ के परमेश्वर दे वचन दे उपर चल सकीए मेरे जीजो। हालेलुया। खुदा इन्हां वचनां नाल तुहानूं बहुत बड़ी बरकत ते बहुत बड़ी आशीष देण। ते आपां प्रभु भोज दी मीटिंग दे विच चलदे हां। पहला कुरिन्थियां ਉਹਦਾ 11 ਬਾਬ। ਹਾਲੇਲੂਇਆ। Thank you Jesus. Glory, 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 glory. Praise the Lord. Hallelujah. ਪਹਿਲਾ ਕੁਰਿन्थियां ਉਹਦਾ ਬਾਬ 11 ਬਾਬ ਉਹਦੀ 23 ਆਇਤ ਆਪਾਂ ਪੜਾਂਗੇ ਪਰਮੇਸ਼ਰ ਦੇ ਵਚਨ ਚੋਂ। 28 ਤੱਕ ਪੜ੍ਹ ਦਾਂਗੇ ਆਪਾਂ। ਹਾਲੇਲੂਇਆ। ਠੀਕ ਹੈ, ਪੰਜਾਬੀ ਚ ਪੜ੍ਹ ਦਿਓ। ਮੈਂ ਤਾਂ ਇਹ ਗੱਲ ਪ੍ਰਭੂ ਤੋਂ ਪਾਈ ਸੀ ਜਿਹੜੀ ਤੁਹਾਨੂੰ ਸੌਂਪ ਦਿੱਤੀ ਭਈ ਪ੍ਰਭੂ ਯਿਸੂ ਨੇ ਜਿਸ ਰਾਤ ਉਹ ਫੜਵਾਇਆ ਗਿਆ ਸੀ ਰੋਟੀ ਲਈ ਅਤੇ ਸ਼ੁਕਰ ਕਰਕੇ ਤੋੜੀ ਅਤੇ ਕਿਹਾ ਇਹ ਮੇਰਾ ਸਰੀਰ ਹੈ ਜੋ ਤੁਹਾਡੇ ਲਈ ਹੈ, ਮੇਰੀ ਯਾਦਗਿਰੀ ਲਈ ਇਹ ਕਰਿਆ ਕਰੋ। ਇਸੇ ਤਰ੍ਹਾਂ ਉਸਨੇ ਭੋਜਨ ਖਾਣ ਪਿੱਛੋਂ ਪਿਆਲਾ ਵੀ ਲਿਆ ਅਤੇ ਕਿਹਾ ਜੋ ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨੇਮ ਹੈ। ਜਦ ਕਦੇ ਤੁਸੀਂ ਇਹਨੂੰ ਪੀਵੋ ਤਾਂ ਮੇਰੀ ਯਾਦਗਿਰੀ ਲਈ ਇਹ ਕਰਿਆ ਕਰੋ, ਕਿਉਂਕਿ ਜਦ ਕਦੇ ਤੁਸੀਂ ਇਹ ਰੋਟੀ ਖਾਓ ਅਤੇ ਪਿਆਲਾ ਪੀਓ ਤਾਂ ਤੁਸੀਂ ਪ੍ਰਭੂ ਦੀ ਮੌਤ ਦਾ ਪ੍ਰਚਾਰ ਕਰਦੇ ਰਹਿੰਦੇ ਹੋ ਜਦ ਤੀਕਰ ਉਹ ਨਾ ਆਵੇ। ਇਸ ਕਰਕੇ ਜੋ ਕੋਈ ਅਯੋਗਤਾ ਨਾਲ ਇਹ ਰੋਟੀ ਖਾਵੇ ਅਥਵਾ ਪ੍ਰਭੂ ਦਾ ਪਿਆਲਾ ਪੀਵੇ ਸੋ ਪ੍ਰਭੂ ਦੇ ਸਰੀਰ ਅਤੇ ਲਹੂ ਦਾ ਦੋਸ਼ੀ ਹੋਵੇਗਾ। ਪਰ ਮਨੁੱਖ ਆਪਣੇ ਆਪ ਨੂੰ ਪਰਖੇ ਅਤੇ ਇਉਂ ਇਸ ਰੋਟੀ ਵਿੱਚੋਂ ਖਾਵੇ ਅਤੇ ਪਿਆਲੇ ਵਿੱਚੋਂ ਪੀਵੇ। ਜਿਹੜਾ ਖਾਂਦਾ ਅਤੇ ਪੀਂਦਾ ਹੈ ਜੇ ਉਹ ਸਰੀਰ ਦੀ ਜਾਂਚ ਨਾ ਕਰੇ ਤਾਂ ਆਪਣੇ ਉੱਤੇ ਦੰਡ ਲਾ ਕੇ ਖਾਂਦਾ ਪੀਂਦਾ ਹੈ। ਇੱਕ ਹੋਰ ਇਸੇ ਕਾਰਨ ਬਾਹਲੇ ਤੁਹਾਡੇ ਵਿੱਚ ਨਤਾਣੇ ਅਤੇ ਰੋਗੀ ਹਨ ਅਤੇ ਕਈ ਸੁੱਤੇ ਪਏ ਹਨ। ਬਸ ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਪਰਮੇਸ਼ਰ ਦਾ ਵਚਨ ਸਾਨੂੰ ਕੀ ਦੱਸਦਾ ਹੈ ਕਿ ਜਦੋਂ ਅਸੀਂ ਪ੍ਰਭੂ ਭੋਜ ਲੈਣਾ ਹੈ ਅਸੀਂ ਆਪਣੇ ਆਪ ਨੂੰ ਪਰਖਣਾ ਹੈ ਪਹਿਲਾਂ ਕਿ ਮੈਂ ਇਸ ਲੈਣ ਦੇ ਯੋਗ ਹੈ ਜਾਂ ਨਹੀਂ ਹੈ ਮੇਰੇ ਜੀਜੋ। ਹਾਲੇਲੂਇਆ। ਜੇ ਸਾਡੇ ਵਿੱਚ ਕੋਈ ਘਟੀ ਕਮਜ਼ੋਰੀ ਇਦਾਂ ਦੀ ਹੈਗੀ ਹੈ, ਜੇ ਅਸੀਂ ਪਰਮੇਸ਼ਰ ਦੇ ਵਚਨ ਮੁਤਾਬਕ ਅਜੇ ਤੱਕ ਜ਼ਿੰਦਗੀ ਬਸਰ ਕਰਨੀ ਨਹੀਂ ਸ਼ੁਰੂ ਕੀਤੀ ਹੈ ਮੇਰੇ ਜੀਜੋ। ਹਾਲੇਲੂਇਆ। ਪਾਕ ਤੇ ਪਵਿੱਤਰਤਾਈ ਦੇ ਵਿੱਚ ਆਪਣਾ ਜੀਵਨ ਜਿਹੜਾ ਗੁਜ਼ਾਰਨਾ ਨਹੀਂ ਸ਼ੁਰੂ ਕੀਤਾ ਹੈ ਮੇਰੇ ਜੀਜੋ। ਹਾਲੇਲੂਇਆ। ਤਾਂ ਸਾਨੂੰ ਪ੍ਰਭੂ ਭੋਜ ਦੇ ਵਿੱਚ ਸ਼ਾਮਲ ਹੋਣਾ ਨਹੀਂ ਚਾਹੀਦਾ ਮੇਰੇ ਜੀਜੋ, ਕਿਉਂਕਿ ਪਰਮੇਸ਼ਰ ਦੇ ਵਚਨ 'ਚ ਸਾਫ਼ ਲਿਖਿਆ ਕਹਿੰਦਾ ਤੁਹਾਡੇ ਵਿੱਚ ਬਹੁਤ ਸਾਰੇ ਨਤਾਣੇ ਤੇ ਬਹੁਤ ਸਾਰੇ ਰੋਗੀ ਆ ਮੇਰੇ ਜੀਜੋ। ਹਾਲੇਲੂਇਆ। ਜਦੋਂ ਅਸੀਂ ਪਰਮੇਸ਼ਰ ਇਹ ਪਰ ਇੱਕ ਗੱਲ ਹੋਰ ਹੈ, ਇਹਨੂੰ ਲੈਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਮੇਰੇ ਜੀਜੋ। ਜੇ ਅਸੀਂ ਨਹੀਂ ਲੈਂਦੇ ਤਾਂ ਸਾਡਾ ਪਰਮੇਸ਼ਰ ਦੇ ਨਾਲ ਕੋਈ ਵੀ ਰਾਬਤਾ ਨਹੀਂ ਆ ਮੇਰੇ ਜੀਜੋ, ਕੋਈ ਵੀ ਸਾਂਝ ਨਹੀਂ ਉਹਦੇ ਨਾਲ। ਹਾਲੇਲੂਇਆ। ਲੈਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ। ਜਦੋਂ ਅਸੀਂ ਲੈਨੇ ਆ ਤਾਂ ਪ੍ਰਭੂ ਦੀ ਮੌਤ ਦਾ ਪ੍ਰਚਾਰ ਕਰਦੇ ਰਹਿੰਦੇ ਆ ਮੇਰੇ ਜੀਜੋ। ਹਾਲੇਲੂਇਆ, ਹਾਲੇਲੂਇਆ। ਇਹ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਇਹ ਜਿਹੜਾ ਵਚਨ ਸਿਖਾਇਆ ਹੈ ਕਿ ਤੁਹਾਨੂੰ ਪ੍ਰਭੂ ਭੋਜ ਲੈਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਤਾਂ ਕਿ ਅਸੀਂ ਆਪਣੀਆਂ ਜ਼ਿੰਦਗੀਆਂ ਨੂੰ ਪਾਕ ਤੇ ਸਾਫ਼ ਕਰਕੇ ਹਰ ਕੋਈ ਇਦਾਂ ਦੀ ਗੱਲਬਾਤ ਜਿਹੜੀ ਸਾਡੀ ਜ਼ਿੰਦਗੀ 'ਚ ਨਾ ਹੋ ਜੋ ਪਰਮੇਸ਼ਰ ਦੇ ਵਚਨ ਤੋਂ ਬਾਹਰ ਹੈ ਮੇਰੇ ਜੀਜੋ। ਹਾਲੇਲੂਇਆ। ਫਿਰ ਅਸੀਂ ਪ੍ਰਭੂ ਭੋਜ ਦੇ ਵਿੱਚ ਸ਼ਾਮਲ ਹੋ ਸਕਦੇ ਹਾਂ। ਤੇ ਜੇਕਰ ਅਸੀਂ ਨਹੀਂ ਖਾਂਦੇ ਜਾਂ ਨਹੀਂ ਆਪਾਂ ਉਹਦਾ ਬਦਨ ਦਾ ਲਹੂ ਨਹੀਂ ਪੀਂਦੇ ਤਾਂ ਮੇਰੇ ਜੀਜੋ ਸਾਡੀ ਕੋਈ ਸਾਂਝ ਨਹੀਂ ਉਹਦੇ ਵਿੱਚ। ਪਰਮੇਸ਼ਰ ਦੇ ਵਚਨ 'ਚ ਸਾਫ਼ ਲਿਖਿਆ ਜੇ ਅਸੀਂ ਸਾਂਝ ਬਣਾਉਣੀ ਉਹਦੇ ਨਾਲ ਨਾ ਪ੍ਰਭੂ ਯਿਸੂ ਮਸੀਹ ਨਾਸਰੀ ਦੇ ਨਾਲ ਤਾਂ ਫਿਰ ਸਾਨੂੰ ਪ੍ਰਭੂ ਭੋਜ ਦੇ ਵਿੱਚ ਸ਼ਾਮਲ ਹੋਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ। ਪਰ ਇੱਕ ਗੱਲ ਹੋ ਰਿਹਾ ਕਿ ਅਸੀਂ ਬਿਨਾਂ ਸਮਝੇ ਨਹੀਂ ਲੈਣਾ ਹੈ। ਹਾਲੇਲੂਇਆ। ਬਿਨਾਂ ਸਮਝੇ ਨਹੀਂ ਲੈਣਾ ਹੈ ਪਰ ਆਪਣੇ ਆਪ ਨੂੰ ਤਿਆਰ ਕਰਨਾ ਪਰਮੇਸ਼ਰ ਦੇ ਲਈ। ਜੇਕਰ ਸਾਡੇ ਕੋਲ ਕੋਈ ਗਲਤੀ ਹੋ ਗਈ ਹੈ ਪ੍ਰਭੂ ਮਾਫ ਕਰ ਦਿਓ, ਅੱਗੇ ਤੋਂ ਮੈਂ ਗਲਤੀ ਨਹੀਂ ਕਰਾਂਗਾ। ਹਾਲੇਲੂਇਆ। ਪ੍ਰਭੂ ਤੁਸੀਂ ਮੈਨੂੰ ਬਚਾ ਸਕਦੇ ਹਰ ਗੁਨਾਹ ਤੋਂ, ਹਰ ਬੁਰਾਈ ਤੋਂ, ਹਰ ਬੁਰੇ ਕੰਮਾਂ ਤੋਂ, ਬੁਰੀਆਂ ਆਦਤਾਂ, ਝੂਠ, ਤੂਫਾਨ, ਨਸ਼ੇਬਾਜ਼ੀ, ਹੋਰ ਬੁਰੇ ਕੰਮਾਂ ਤੋਂ ਤੁਸੀਂ ਮੈਨੂੰ ਬਚਾ ਸਕਦੇ ਆ। ਤੇ ਮੇਰੇ ਜੀਜੋ ਤੁਸੀਂ ਆਉਣ ਵਾਲੇ ਟਾਈਮ 'ਚ ਇਹ ਦੁਆ ਕਰਨੀ ਸ਼ੁਰੂ ਕਰ ਦਿਓ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਨਾਸਰੀ ਜਿਹੜਾ ਆ ਤੁਹਾਡੇ ਦਿਮਾਗ ਵਿੱਚ ਇਦਾਂ ਦਾ ਕੋਈ ਪਾਵੇਗਾ ਹੀ ਨਹੀਂ। ਹਾਲੇਲੂਇਆ। ਕਿ ਤੁਸੀਂ ਕੋਈ ਗੁਨਾਹ ਕਰ ਸਕੋ।
ਤੁਹਾਨੂੰ ਪਵਿੱਤਰਤਾ ਦੇ ਚਲਾਉਣਾ ਸ਼ੁਰੂ ਕਰ ਦੇਗਾ ਮੇਰੇ ਚੀਚੋ। ਹਾਲੇਲੂਇਆ, ਹਾਲੇਲੂਇਆ। ਤੇ ਜਦੋਂ ਅਸੀਂ ਪਵਿੱਤਰਤਾ ਵਿੱਚ ਚੱਲਣਾ ਸ਼ੁਰੂ ਕਰਤਾ, ਪਰਮੇਸ਼ਰ ਦੀ ਮਰਜ਼ੀ ਨੂੰ ਪੂਰਾ ਕਰਨਾ ਸ਼ੁਰੂ ਕਰ ਦਿੱਤਾ, ਤਾਂ ਫੇਰ ਕੀ ਆ, ਪ੍ਰਭੂ ਯਿਸੂ ਮਸੀਹ ਆਪਣੇ ਪ੍ਰਭੂ ਭੋਜ ਦੇ ਵਿੱਚ ਸਾਨੂੰ ਸ਼ਾਮਲ ਕਰਨਾ ਸ਼ੁਰੂ ਕਰ ਦੇਣਗੇ ਮੇਰੇ ਚੀਚੋ। ਹਾਲੇਲੂਇਆ, ਹਾਲੇਲੂਇਆ। ਮੈਂ ਤਾਂ ਇਹ ਗੱਲ ਪ੍ਰਭੂ ਤੋਂ ਪਾਈ ਕਿ ਜਿਹੜੀ ਉਹਨਾਂ ਤੁਹਾਨੂੰ ਸੌਂਪ ਦਿੱਤੀ ਭਈ ਪ੍ਰਭੂ ਯਿਸੂ ਨੇ ਜਿਸ ਰਾਤ ਉਹਨੂੰ ਫੜਾਇਆ ਗਿਆ ਸੀ, ਤਾਂ ਰੋਟੀ ਲਈ ਅਤੇ ਤੋੜੀ ਅਤੇ ਸ਼ੁਕਰ ਕਰਕੇ ਤੋੜੀ ਅਤੇ ਕਿਹਾ ਇਹ ਮੇਰਾ, ਹਾਲੇਲੂਇਆ, ਮੇਰਾ ਕੀ ਆ, ਮੇਰਾ ਸਰੀਰ ਆ ਮੇਰੇ ਜੀਜੋ, ਤਾਂ ਮੇਰੀ ਯਾਦਗਿਰੀ ਲਈ ਇਹਨੂੰ ਕਰਿਆ ਕਰੋ। ਹਾਲੇ ਉਸ ਤੋਂ ਬਾਅਦ ਕੀਆ ਪਿਆਲਾ, ਉਸ ਤੋਂ ਬਾਅਦ ਭੋਜਨ ਖਾਣ ਦੇ ਪਿੱਛੋਂ ਪਿਆਲਾ ਲਿਆ ਅਤੇ ਕਿਹਾ ਇਹ ਪਿਆਲਾ ਮੇਰੇ ਲਹੂ ਵਿੱਚ ਨਵਾਂ ਨੇਵਿਆ। ਤੇ ਇਹਨੂੰ ਕੀਆ, ਹਾਲੇਲੂਇਆ, ਆਪਾਂ ਰੋਟੀ ਸਾਰਿਆਂ ਨੂੰ ਆਪਾਂ ਡਿਸਟ੍ਰੀਬਿਊਟ ਕਰਾਂਗੇ। ਹਾਲੇਲੂਇਆ। ਉਸ ਤੋਂ ਬਾਅਦ ਪਿਆਲਾ ਵੀ ਲਿਆ ਜਦ, ਹਾਲੇਲੂਇਆ, ਹਾਲੇਲੂਇਆ, ਧੰਨਵਾਦ, ਹਾਲੇ ਪਿਆਲਾ ਲਿਆ ਜਦੋਂ ਤੁਸੀਂ ਇਸ ਨੂੰ ਪੀਵੋ ਤਾਂ ਮੇਰੀ ਯਾਦਗਿਰੀ ਲਈ ਕਰਿਆ ਕਰੋ, ਕਿਉਂ ਜੋ ਜਦ ਤੱਕ ਤੁਸੀਂ ਇਹ ਰੋਟੀ ਖਾਓ ਅਤੇ ਪਿਆਲਾ ਪੀਓ ਤਾਂ ਤੁਸੀਂ ਪ੍ਰਭੂ ਦੀ ਮੌਤ ਦਾ ਪ੍ਰਚਾਰ ਕਰ ਦਿੰਦੇ ਹੋ ਜਦ ਤੱਕ ਮੈਂ ਨਾ ਆਵਾਂ। ਜਿਹੜਾ ਇਸ ਕਰਕੇ ਕੋਈ ਅਯੋਗਤਾ ਦੇ ਨਾਲ ਇਸ ਰੋਟੀ ਨੂੰ ਖਾਵੇ ਅਥਵਾ ਪ੍ਰਭੂ ਦਾ ਪਿਆਲਾ ਪੀਵੇ ਤਾਂ ਪ੍ਰਭੂ ਦੇ ਸਰੀਰ ਦੇ ਲਹੂ ਦਾ ਦੋਸ਼ੀ ਹੋਵੇਗਾ ਮੇਰੇ ਜੀਜੋ। ਅਸੀਂ ਦੋਸ਼ੀ ਨਹੀਂ ਬਣਨਾ, ਬਲਕਿ ਅਸੀਂ ਬਰਕਤ ਪਾਉਣੀ ਆ ਪਰਮੇਸ਼ਰ ਦੇ ਕੋਲੋਂ ਮੇਰੇ ਜੀਜੋ। ਬਰਕਤ ਕਿੱਦਾਂ ਪਾਉਣੀ ਆ? ਪ੍ਰਭੂ ਯਿਸੂ ਮਸੀਹ ਦੇ ਵਚਨ ਦੇ ਮੁਤਾਬਕ ਆਪਣੀ ਜ਼ਿੰਦਗੀ ਬਸਰ ਕਰਕੇ ਤਾਂ ਪ੍ਰਭੂ ਭੇਜ ਵਿੱਚ ਸ਼ਾਮਲ ਹੋ ਕੇ ਫਿਰ ਪਰਮੇਸ਼ਰ ਕੋਲੋਂ ਅਸੀਂ ਬਰਕਤ ਪਾਉਣੀ ਆ। ਹਾਲੇਲੂਇਆ। ਸਾਰੇ ਲੈ ਲੈਣਗੇ, ਬਾਅਦ ਵਿੱਚ ਆਪਾਂ ਇਕੱਠੇ ਇਹਨੂੰ ਲਵਾਂਗੇ ਪ੍ਰਭੂ ਭੋਜ ਨੂੰ। ਹਾਲੇਲੂਇਆ। ਥੈਂਕ ਯੂ ਜੀਸਸ, ਗਲੋਰੀ, ਹਾਲੇਲੂਇਆ। ਕਿਉਂਕਿ ਪ੍ਰਭੂ ਦਾ ਪ੍ਰਭੂ, ਰਾਜਾਂ ਦਾ ਰਾਜਾ ਯਿਸੂ ਨਾਸਰੀ, ਹਾਲੇਲੂਇਆ, ਖਾਵੇ ਅਥਵਾ ਪਿਆਲੇ ਵਿੱਚੋਂ ਪੀਵੇ ਪ੍ਰਭੂ ਦੇ ਸਰੀਰ ਦੇ ਲਹੂ ਦਾ ਦੋਸ਼ੀ ਹੋਵੇਗਾ। ਪਰ ਮਨੁੱਖ ਆਪਣੇ ਆਪ ਨੂੰ ਪਰਖੇ ਅਤੇ ਇਸ ਰੋਟੀ ਵਿੱਚੋਂ ਖਾਵੇ ਅਤੇ ਪਿਆਲੇ ਵਿੱਚੋਂ ਪੀਵੇ। ਜਿਹੜਾ ਖਾਂਦਾ ਤੇ ਪੀਂਦਾ ਹੈ ਉਹ ਸਰੀਰ ਦੀ ਜਾਂਚ ਨਾ ਕਰੇ ਤਾਂ ਆਪਣੇ ਉੱਪਰ ਡੰਨ ਲਾ ਕੇ ਖਾਂਦਾ ਹੈ ਮੇਰੇ ਜੀ। ਹਾਲੇਲੂਇਆ। ਆਪਣੇ ਆਪ ਨੂੰ ਕੀ ਕਰਦਾ ਹੈ? ਡੰਨ ਲਾ ਕੇ ਖਾਂਦਾ ਹੈ। ਹਾਲੇਲੂਇਆ। ਇਸੇ ਕਰਕੇ ਬਹੁਤ ਸਾਰੇ ਤੁਹਾਡੇ ਵਿੱਚੋਂ ਕੀ ਆ, ਨਿਤਾਣੇ ਅਤੇ ਬਹੁਤ ਸਾਰੇ ਰੋਗੀ ਹਨ। ਹਾਲੇਲੂਇਆ। ਅਤੇ ਕਈ ਕੋ ਸੁੱਤੇ ਪਏ ਹਨ। ਹਾਲੇਲੂਇਆ। ਕਈ ਬਿਮਾਰ ਆ, ਕਈ ਸੁੱਤੇ ਪਏ, ਕਈ ਸੁੱਤੇ ਆ, ਜਿਹੜੇ ਅਯੋਗਤਾ ਦੇ ਨਾਲ ਇਹਨੂੰ ਲੈਂਦੇ ਆ ਮੇਰੇ ਜੀ। ਹਾਲੇਲੂਇਆ। ਅਸੀਂ ਬਹੁਤ ਹੀ ਆਪਣੇ ਆਪ ਨੂੰ ਸੋਚ ਸਮਝ ਕੇ ਪਰਮੇਸ਼ਰ ਦੇ ਨਾਲ ਅਸੀਂ, ਹਾਲੇਲੂਇਆ, ਦੁਆ ਕਰਨੀ ਕਿ ਪਰਮੇਸ਼ਰ ਮੈਂ ਇਸ ਤੇ ਲੈਣ ਦੇ ਯੋਗ ਮੈਨੂੰ ਬਣਾ ਲਓ। ਹਾਲੇਲੂਇਆ। ਮੈਂ ਚਾਹੁੰਦਾ ਹਾਂ ਕਿ ਮੈਂ ਤੇਰੇ ਪ੍ਰਭੂ ਭੋਜ ਦੇ ਸ਼ਾਮਲ ਹੋ ਸਕਾਂ। ਹਾਲੇਲੂਇਆ। ਜੋ ਤੂੰ ਸਾਨੂੰ ਹੁਕਮ ਦਿੱਤਾ ਕਿ ਲੈਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਆ, ਮੈਂ ਉਹਦੇ ਸ਼ਾਮਲ ਹੋ ਸਕਾਂ ਮੇਰੇ। ਹਾਲੇਲੂਇਆ। ਹਾਲੇਲੂਇਆ। ਖੁਦਾਵੰਦ ਦਾ ਬਹੁਤ ਸ਼ੁਕਰਗੁਜ਼ਾਰ ਕਰਦੇ ਹਾਂ, ਧੰਨਵਾਦ ਕਰਦੇ ਹਾਂ ਪ੍ਰਭੂ ਯਿਸੂ ਮਸੀਹ ਨਾਸਰੀ ਦਾ ਕਿ ਅਸੀਂ ਸਾਰੇ ਮਿਲ ਕੇ ਜਿਹੜੇ ਹਾਲੇਲੂਇਆ ਇਸ ਪਿਆਲੇ ਨੂੰ ਪੀਵਾਂਗੇ ਤੇ ਅਸੀਂ ਖਾਵਾਂਗੇ। ਹਾਲੇਲੂਇਆ। ਥੈਂਕ ਯੂ ਜੀਸਸ। ਸਾਰੇ ਹਾਲੇਲੂਇਆ। ਥੈਂਕ ਯੂ ਜੀਸਸ। ਆਪਾਂ ਚੇਨ ਪ੍ਰੇ ਕਰ ਦਿੰਦੇ, ਚੇਨ ਪ੍ਰੇ ਕਰੀਏ, ਉਸ ਤੋਂ ਬਾਅਦ ਫਿਰ ਆਪਾਂ ਇਦਾਂ ਹੀ ਜਿੱਦਾਂ ਲਾਈਨ ਬਾਰ ਨਾ ਇਦਾਂ ਹੀ ਹੱਥ ਫੜ ਲਈਏ ਸਾਰੇ ਤੇ ਇਦਾਂ ਆਪਾਂ ਫਿਰ ਥੋੜਾ ਈਜ਼ੀ ਹੋ ਜਾਂਦਾ। ਹਾਲੇਲੂਇਆ। ਥੈਂਕ ਯੂ ਜੀਸਸ। ਗਲੋਰੀ, ਗਲੋਰੀ, ਗਲੋਰੀ। ਇਹਨੂੰ ਬੰਦ ਕਰ ਦੇ।